ਵਾਹਿਗੁਰੂ ਜੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ। ਮੂਰਤ ਪੰਚ ਪਰਵਾਨ ਪੁਰਖ ਗੁਰ ਅਰਜਨ ਪੇਖੋ ਨੈਣ। ਤੁਮਰੀ ਮਹਿਮਾ ਅਪਰਿ ਅਪਾਰਾ ਜਾ ਕਾ ਲਿਓ ਨ ਕਿਨਹੂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਵਾਜਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰੂ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ।
ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਹ ਜੋ ਅੱਜ ਮਹਾਨ ਗੁਰਪੁਰਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੇ ਪਾਵਨ ਸਥਾਨ 'ਤੇ ਬੀਬੀ ਭਾਨੀ ਦੀ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਆਪ ਜੀ ਦਾ ਅਵਤਾਰ ਹੋਇਆ। ਜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਵੱਡੇ ਵੱਡੇ ਕਾਰਜ ਜਿਹੜੇ ਸਨ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੀਤਾ। ਉਹ ਗੁਰੂ ਸਾਹਿਬ ਜੀ ਦੇ ਅੱਜ ਮਹਾਨ ਗੁਰਪੁਰਬ ਵਾਲੇ ਦਿਨ ਪਾਵਨ ਪਵਿੱਤਰ ਅਸਥਾਨ ਸਾਹਿਬਜ਼ਾਦਿਆਂ ਦਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਦੇ ਅਸਥਾਨ ਦੇ ਉੱਤੇ ਮਹਾਰਾਜ ਸਾਹਿਬ ਨੇ ਹੁਣ ਤੱਕ ਪਿੱਛੇ ਜਿਹੜੀਆਂ 6 ਕਥਾਵਾਂ, ਜਿਹਦੇ ਵਿੱਚ 2 ਕਥਾ ਵਿਚਾਰ ਦੇ ਵਿੱਚ ਔਰ 4 ਕਥਾ ਜਿਹੜੀਆਂ ਸੰਗਤਾਂ ਦੇ ਵਿੱਚ ਸੁਣਾਉਣ ਦੇ 'ਚ ਜਥੇ ਦੇ ਵਿੱਚ ਹੋਈਆਂ। ਇਹ 7ਵੀਂ ਕਥਾ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਕਰਕੇ ਅੱਜ ਦੇ ਦਿਨ ਪ੍ਰਾਰੰਭ ਹੋਣੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਅਸੀਸ ਬਖਸ਼ੀ ਹੈ, ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਤੋ ਸਤਿਗੁਰੂ ਮਹਾਰਾਜ ਸਾਹਿਬ ਦੇ ਮੁਖ ਵਾਕ ਤੋਂ ਉਪਰੰਤ ਹੁਣ ਕਥਾ ਦੇ ਜਿਹੜੇ ਨਿਯਮ ਹੈ ਉਹਦੇ ਅਨੁਸਾਰ ਕਿ ਜੋ ਕਥਾ ਆਰੰਭ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਲੈ ਕਰਕੇ ਤੇ ਹੁਣ ਮੂਲ ਮੰਤਰ ਦਾ ਗੁਰਮੰਤਰ ਦਾ ਪਾਠ ਹੋਇਆ ਹੈ। ਕਥਾ ਆਰੰਭ ਕਰਨ ਦੇ ਨਿਯਮਾਂ ਨੂੰ ਲੈ ਕੇ ਕਿ ਜਿਸ ਦਿਨ ਕਥਾ ਆਰੰਭ ਹੁੰਦੀ ਹੈ ਤੇ ਪਹਿਲਾਂ 2-3 ਕੁਝ ਐਸੇ ਪ੍ਰਸ਼ਨ ਹਨ, ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਬਾਅਦ ਫਿਰ ਅੱਗੇ ਅਰਥਾਂ ਦੀ ਵਿਚਾਰ ਸ਼ੁਰੂ ਹੁੰਦੀ ਹੈ। ਇੱਕ ਤਾਂ ਇਹ ਕਿ ਜਿਸ ਅੰਮ੍ਰਿਤਮਈ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਕਥਾ ਆਰੰਭ ਹੋਣੀ ਹੈ, ਇਹ ਕਥਾ ਦੀ ਪਰੰਪਰਾ ਕਿੱਥੋਂ ਚੱਲੀ, ਕੀ ਇਹਦਾ ਕਾਰਨ ਬਣਿਆ, ਸਭ ਤੋਂ ਪਹਿਲੀ ਕਥਾ ਕਿਸ ਪ੍ਰਕਾਰ ਹੋਈ, ਉਹਦਾ ਜਾਣਨਾ ਜ਼ਰੂਰੀ ਹੈ। ਅਤੇ ਦੂਸਰਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਨਿਰਮਲ ਪੰਥ ਦੀ ਸਿਰਜਣਾ ਕੀਤੀ ਹੈ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਦਾ ਸਮਾਂ ਕਿਹੋ ਜਿਹਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਉਂ ਆਉਣਾ ਪਿਆ, ਉਹ ਨਿਰਾਕਾਰ ਤੋਂ ਸਾਕਾਰ ਰੂਪ ਦੇ ਵਿੱਚ ਆਏ, ਅਤੇ ਜੋ ਪਹਿਲੇ ਯੁੱਗਾਂ ਦੇ ਅੰਦਰ ਯੁੱਗ ਅਵਤਾਰ ਹੋ ਚੁੱਕੇ ਨੇ, ਕਿ ਗੁਰੂ ਨਾਨਕ ਸਾਹਿਬ ਜੀ ਅਵਤਾਰ ਹੈ ਜਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਵਤਾਰ ਵਿੱਚ ਕੁਝ ਲੋਕ ਜਿਹੜੇ ਸੰਦੇਹ ਕਰਦੇ ਹੈ ਵੀ ਕੀ ਉਹ ਯੁੱਗਾਂ ਅਵਤਾਰਾਂ ਵਰਗੇ ਸਨ ਜਾਂ ਉਹਨਾਂ ਤੋਂ ਵਿਸ਼ੇਸ਼ਤਾ ਸੀ, ਕਿਉਂਕਿ ਅਵਤਾਰ 6 ਪ੍ਰਕਾਰ ਦਾ ਹੁੰਦਾ ਹੈ। ਅਤੇ ਅਵਤਾਰ ਦੀ ਪਰਿਭਾਸ਼ਾ, ਅਵਤਾਰ ਸੰਸਾਰ ਵਿੱਚ ਕਿਉਂ ਆਉਂਦਾ ਹੈ, ਪਹਿਲਾਂ ਅੱਜ ਇਹ ਵਿਚਾਰ ਹੋਏਗੀ। ਉਸ ਤੋਂ ਬਾਅਦ ਫਿਰ ਜੋ ਅੰਮ੍ਰਿਤਮਈ ਬਾਣੀ ਦਾ ਆਪ ਜੀ ਨੇ ਮੂਲ ਮੰਤਰ ਦਾ ਜਿਸ ਦੇ ਅਰਥਾਂ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਮੁੱਢ ਦੇ ਵਿੱਚ ਪਾਠ ਸਰਵਣ ਕੀਤਾ ਹੈ, ਅਤੇ ਉਹਦੀ ਅਰਥਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਹੈ ਕਿ ਮੂਲ ਮੰਤਰ ਕਿੱਥੇ ਉਚਾਰਨ ਹੋਇਆ ਸਭ ਤੋਂ ਪਹਿਲਾਂ, ਅਤੇ ਮੂਲ ਮੰਤਰ ਕਿੱਥੋਂ ਤੱਕ ਹੈ, ਕਿਉਂਕਿ ਮੂਲ ਮੰਤਰ 'ਤੇ ਕੁਝ ਵਿਵਾਦ ਸਾਡੇ ਸਿੱਖ ਜਗਤ ਵਿੱਚ ਹੈ, ਅਤੇ ਉਸ ਦੇ ਕੀ ਪ੍ਰਮਾਣ ਹਨ ਕਿ ਕਿੱਥੇ ਤੱਕ ਹੈ, ਇਹ ਵਿਚਾਰ ਹੋਣੀ ਇਹ ਵੀ ਜ਼ਰੂਰੀ ਹੈ। ਇਹ ਮੁੱਢ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਹੋਣੀਆਂ ਨੇ।
ਅਤੇ ਉਸ ਤੋਂ ਬਾਅਦ ਫਿਰ ਜਪਜੀ ਸਾਹਿਬ ਦੀ ਉਥਾਨਕਾ ਕਿ ਜਪਜੀ ਸਾਹਿਬ ਕਿੱਥੇ ਉਚਾਰਨ ਹੋਇਆ, ਕਿਉਂਕਿ ਕਥਾ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਹੈ। ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾ ਸਾਧ ਸੰਜੀ ਆਰੰਭ ਹੁੰਦਾ ਹੈ ਅਤੇ 18-10-20 ਤੱਕ ਫਿਰ ਇਹ ਬਾਣੀ ਜਿਹੜੀ ਹੈ ਜੇ ਜਿਸ ਪ੍ਰਕਾਰ ਇਹ ਪ੍ਰਥਮ ਬਾਣੀ ਹੈ ਅਤੇ ਇਸ ਦਾ ਕਿੱਥੇ ਅਤੇ ਕਦੋਂ ਉਚਾਰਨ ਹੋਇਆ, ਇਹ ਕੁਝ ਐਸੇ ਪ੍ਰਸ਼ਨ ਵੀ ਇਹਨਾਂ ਪ੍ਰਸ਼ਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਜਿਸ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਐਸੀ ਇਹ ਵਿਚਾਰ ਆਈ ਹੈ ਕਿ ਅਵਤਾਰ ਕਦੋਂ ਆਉਂਦਾ ਹੈ, ਅਤੇ ਇਹਦਾ ਸਾਧ ਸੰਗਤ ਜੀ ਵਰਣਨ ਭਗਵਾਨ ਕ੍ਰਿਸ਼ਨ ਜੀ ਨੇ ਵੀ ਕੀਤਾ ਹੈ। ਅਤੇ ਉਹਨਾਂ ਨੇ ਆਪਣੀ ਸੰਸਕ੍ਰਿਤ ਦੀ ਭਾਸ਼ਾ ਜੋ ਗੀਤਾ ਦੇ 4ਥੇ ਅਧਿਆਇ ਦੇ ਵਿੱਚ ਇਹ ਸ਼ਲੋਕ ਆਉਂਦਾ ਹੈ, 8ਵਾਂ ਸ਼ਲੋਕ ਹੈ, 7ਵਾਂ ਅਤੇ 8ਵਾਂ, ਅਤੇ ਉਹਦਾ ਅਨੁਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਰਚਿਤ ਬਾਣੀ ਗੋਬਿੰਦ ਗੀਤਾ ਉਹਦਾ ਨਾਂ ਰੱਖਿਆ ਹੈ। ਇਹ 700 ਸ਼ਲੋਕ ਭਗਵਾਨ ਕ੍ਰਿਸ਼ਨ ਦਾ ਉਚਾਰਨ ਕੀਤਾ ਦੁਆਪਰ ਦੇ ਵਿੱਚ, ਜੋ ਅਰਜਨ ਦੇ ਪ੍ਰਥਾਏ ਮਹਾਭਾਰਤ ਦੇ ਜੰਗ ਵਿੱਚ ਕੁਰਕਸ਼ੇਤਰ ਦੀ ਧਰਤੀ ਦੇ ਅੰਦਰ, ਅਤੇ ਉਹਦੇ ਵਿੱਚ ਜੋ ਅਰਜਨ ਨੇ ਪ੍ਰਸ਼ਨ ਕੀਤੇ ਉਹਦਾ ਉੱਤਰ ਦਿੰਦਿਆਂ ਇਹ ਗੱਲ ਆਈ ਹੈ ਕਿ ਪੁੱਛਿਆ ਭਗਵਾਨ ਜੀ ਵੀ ਇਹ ਤੁਸੀਂ ਸੰਸਾਰ ਦੇ ਵਿੱਚ, ਕਿਉਂਕਿ ਜਦੋਂ ਵਿਰਾਟ ਰੂਪ ਦਿਖਾਇਆ ਉਹ ਇਹ ਅਰਜਨ ਨੂੰ ਗਿਆਨ ਕਰਾਇਆ ਸੀ, ਇਹ ਪ੍ਰਸ਼ਨ ਸੀ ਕਦੋਂ ਆਉਣੇ, ਕਿਵੇਂ ਆਉਣਾ ਹੁੰਦਾ, ਤਾਂ ਉਸ ਵੇਲੇ ਉਹਨਾਂ ਨੇ ਜੋ ਉਚਾਰਨ ਕੀਤਾ ਸੀ, ਜਦਾ ਜਦਾ ਹੀ ਧਰਮਸ ਗਲਾਰੀਰ ਭਵਤੀ ਭਾਰਤ ਅਭਿਉਥਾਨਮ ਅਧਰਮਸ ਤਦਾਤਮਾਮ ਸਰਜਾਮੀ ਹਮ। ਅਤੇ ਇਹਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਸਾਧੂਆਂ ਦੀ ਰੱਖਿਆ ਵਾਸਤੇ, ਧਰਮ ਦੇ ਵਾਸਤੇ ਮੈਂ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਨੂੰ ਕਿੰਨਾ ਸੌਖਾ ਆਪਣੇ ਖਾਲਸੇ ਪ੍ਰਤੀ ਕੀਤਾ ਹੈ, ਅਤੇ ਆਪ ਜੀ ਨੇ ਉਚਾਰਨ ਕੀਤਾ ਕਿ ਆਪਣੀ ਮਾਇਆ ਆਸਰੇ ਨਿਤ ਮੈਂ ਜਨਮ ਧਰੋਂ, ਹੇ ਅਰਜਨ ਮੈਂ ਆਪਣੀ ਮਾਇਆ ਦੇ ਆਸਰੇ ਸਾਰਿਆਂ ਯੁੱਗਾਂ ਦੇ ਵਿੱਚ ਆ ਕੇ ਕਿ ਮੈਂ ਹਮੇਸ਼ਾ ਵੀ ਸੰਸਾਰ ਦੇ ਵਿੱਚ ਰਹਿਣਾ ਕਿਸੇ ਨਾ ਕਿਸੇ ਰੂਪ ਦੇ ਅੰਦਰ। ਆਪਣੀ ਮਾਇਆ ਆਸਰੇ ਮੈਂ ਤਾਂ ਨਿਰਾਕਾਰ ਹਾਂ, ਪਰ ਮੈਂ ਆਪਣੀ ਮਾਇਆ ਦੇ ਆਸਰੇ ਓਲਾ ਦੇ ਕੇ ਫਿਰ ਮੈਂ ਸਰੀਰ ਧਾਰਨ ਕਰਦਾ ਹਾਂ। ਆਪਣੀ ਮਾਇਆ ਆਸਰੇ ਨਿਤ ਮੈਂ ਜਨਮ ਧਰੋਂ, ਅਤੇ ਨਿਤ ਜਨਮ ਧਾਰਦਾ ਘਰ ਕੀ ਹੈ ਕਿ ਜਬ ਅਧਰਮ ਧਰਮ ਸਾਧ ਹੈ, ਕਿ ਜਿਸ ਵੇਲੇ ਅਧਰਮ ਜਿਹੜਾ ਉਹ ਧਰਮ ਨੂੰ ਢੱਕ ਲੈਂਦਾ ਹੈ ਅਤੇ ਧਰਮ ਦੀ ਹਾਨੀ ਹੁੰਦੀ ਹੈ, ਅਤੇ ਤਬ ਅਧਰਮ ਨਾਸ਼ ਕਰੋ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ। ਉਸ ਵੇਲੇ ਮੈਂ ਧਰਮ ਨੂੰ ਨਵੇਂ ਸਿਰੇ ਪੈਦਾ ਕਰਨ ਵਾਸਤੇ, ਤੋ ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਵਿੱਚ ਆਉਣਾ ਜਾਂ ਰਾਮ ਕ੍ਰਿਸ਼ਨ ਭਗਵਾਨ ਜੀ ਦਾ ਆਉਣਾ ਇਸੇ ਲੜੀ ਦੇ ਤਹਿਤ ਹੈ। ਤੋ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਦਾ ਸੰਸਾਰ ਦੇ ਵਿੱਚ ਪ੍ਰਗਟ ਹੋਣ ਬਾਰੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਉਹ 155 ਅੰਗ ਦੇ ਉੱਤੇ ਇੱਕ ਸ਼ਬਦ ਆਉਂਦਾ ਹੈ, ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ, ਕਿ ਜਦੋਂ ਜਦੋਂ ਅਰਿਸ਼ਟ ਕਹੀਏ ਪਾਪ ਬਹੁਤੇ ਹੋ ਜਾਂਦੇ ਨੇ, ਉਦੋਂ ਅਵਤਾਰ ਸੰਸਾਰ ਦੇ ਅੰਦਰ ਧਾਰਨ ਕਰਕੇ ਅਵਤਾਰ ਦੇ ਰੂਪ ਦੇ ਅੰਦਰ ਉਹ ਨਿਰਾਕਾਰ ਨੂੰ ਆਉਣਾ ਪੈਂਦਾ ਹੈ। ਅਤੇ ਇਸੇ ਤਰ੍ਹਾਂ ਇੱਕ ਰਮਾਇਣ ਦੇ ਵਿੱਚੋਂ ਵੀ ਪ੍ਰਮਾਣ ਮਿਲਦਾ ਹੈ, ਜਿਹੜਾ ਸ਼੍ਰੀ ਰਾਮਚਰਿਤ ਮਾਨਸ ਗ੍ਰੰਥ ਹੈ ਨਾ, ਬਾਲਕਾਂਡ ਦੇ ਵਿੱਚ ਆਉਂਦਾ ਹੈ, ਜਬ ਜਬ ਹੋਏ ਧਰਮ ਕੀ ਹਾਨੀ ਬੜੇ ਅਸੁਰ ਅਧਰਮ ਅਭਿਮਾਨੀ, ਕਰੇ ਅਨੀਤ ਜਾਏ ਨਹਿ ਬਰਨੀ, ਤੇ ਸੀਧੇ ਵਿਪਰ ਧੇਨ ਸੁਰ ਧਰਨੀ, ਤਬ ਤਬ ਧਰ ਪ੍ਰਭ ਧਰ ਵਿਵਿਧ ਵਿਸਰੀਰਾ, ਹਰੇ ਕਿਰਪਾ ਨਿਧ ਸਜਨ ਪੀਰਾ। ਇਹ ਰਮਾਇਣ ਦੇ ਅੰਦਰ ਪ੍ਰਸੰਗ ਆਉਂਦਾ ਹੈ। ਜਦੋਂ ਜਦੋਂ ਹੀ ਧਰਮ ਦੀ ਹਾਨੀ ਹੁੰਦੀ ਹੈ, ਨੀਚ ਪੁਰਸ਼ ਰਾਖਸ਼ ਵੱਧ ਜਾਂਦੇ ਨੇ, ਉਹ ਫਿਰ ਉਹਨਾਂ ਦਾ ਵੱਧ ਕਰਨ ਵਾਸਤੇ, ਨਾਸ਼ ਕਰਨ ਵਾਸਤੇ, ਗਊ ਗਰੀਬ ਦੀ, ਦੇਵਤਾ, ਧਰਤੀ ਆਦਿ ਦੀ ਰੱਖਿਆ ਕਰਨ ਵਾਸਤੇ ਸੰਸਾਰ ਵਿੱਚ ਧਰਮ ਅਵਤਾਰ ਪੈਦਾ ਹੁੰਦਾ ਹੈ। ਹੁਣ ਅਵਤਾਰ ਦੀ ਪਰਿਭਾਸ਼ਾ ਕੀ ਹੈ? ਪੁਰਾਣਕ ਮਤ ਅਨੁਸਾਰ ਅਵਤਾਰ ਦੇ ਅਰਥ ਇਸ ਤਰ੍ਹਾਂ ਨੇ, ਅਵਤਾ ਰਖਤੀ ਅਵਤਾਰਾ। ਅਵਤਾ ਨਾਮ ਹੈ ਘੁੰਮਣ ਘੇਰੀਆਂ ਦਾ, ਬਿਵਤਾ ਦਾ। ਸੰਸਾਰ ਘੁੰਮਣ ਘੇਰੀਆਂ ਭਰਮਦੀਆਂ 'ਚ ਪਿਆ, ਉੱਥੋਂ ਰਾਖੀ ਕਰਨ ਵਾਸਤੇ ਜਿਹੜਾ ਸਰੀਰ ਧਾਰਨ ਕਰਵੇ, ਸਰੀਰ ਦੇ ਪ੍ਰਗਟ ਹੋਵੇ ਨੂੰ ਅਵਤਾਰ ਕਹਿੰਦੇ ਨੇ। ਅਵਤੀ ਸੋਏ ਭਗਤਾਨ ਦੁਸ਼ਟੇ ਭਇਓ ਰਕਸ਼ਤੀ,
ਸੰਸਾਰ ਸਾਗਰ ਤਾਰਿਅਤੀ ਇਤੀ ਸਾਵਤਾਰ, ਐਸਾ ਇਹਨਾਂ ਸੁਰਤੀਆਂ 'ਚ ਕਥਨ ਕੀਤਾ ਗਿਆ। ਆਪਣੇ ਭਗਤਾਂ ਦੀ ਦੁਸ਼ਟਾਂ ਤੋਂ, ਵਿਪਤਾ ਤੋਂ ਰੱਖਿਆ ਕਰਨ ਵਾਸਤੇ, ਸੰਸਾਰ ਸਾਗਰ ਤੋਂ ਤਾਰਨ ਵਾਸਤੇ, ਤੇ ਉਸ ਨੂੰ ਅਵਤਾਰ ਕਹਿੰਦੇ, ਜਿਹੜਾ ਰੱਖਿਆ ਕਰਨ ਵਾਸਤੇ ਆਉਂਦਾ। ਗੁਰਬਾਣੀ ਦੇ ਵਿੱਚ ਅਵਤਾਰ ਸ਼ਬਦ ਜਿਹੜਾ ਕਈ ਥਾਵਾਂ 'ਤੇ ਆਇਆ, ਤੇ ਅਵਤਾਰ ਦਾ ਅਰਥ ਜਿਹੜਾ ਉਹ ਬਣਦਾ ਆਉਣਾ, ਜਨਮ ਧਾਰਨ ਕਰਨਾ, ਉਤਰਨਾ, ਭਾਵ ਹੇਠਾਂ ਉਤਰਨ ਦੀ ਕਿਰਿਆ। ਕਿਉਂਕਿ ਉੱਚੇ ਥਾਂ ਤੋਂ ਨੀਵੇਂ ਥਾਂ ਨੂੰ ਜੇ ਸਫ਼ਰ ਹੁੰਦਾ ਤਾਂ ਉਹਨੂੰ ਕਹਿੰਦੇ ਉਤਰਨਾ, ਜੇ ਨੀਵੇਂ ਥਾਂ ਤੋਂ ਉੱਪਰ ਨੂੰ ਜਾਂਦੇ ਆ ਤਾਂ ਕਹਿੰਦੇ ਆ ਚੜ੍ਹਨਾ। ਤੇ ਅਵਤਾਰ ਦਾ ਉਤਰਨਾ ਇਹੀ ਕਰਨਾ ਵੀ ਪਰਮਾਤਮਾ ਸਭ ਤੇ ਉੱਚਾ, ਉੱਚੇ ਉੱਪਰ ਉੱਚਾ ਨਾਉ, ਆਪ ਵੀ ਉੱਚਾ ਹੈ, ਅਤ ਉੱਚਾ ਤਾਕਾ ਦਰਬਾਰਾ। ਉਹ ਪਰਮਾਤਮਾ ਹੈ ਅਤ ਉੱਚਾ। ਜਦੋਂ ਨੀਵੇਂ ਲੋਕਾਂ ਵਾਲੇ ਪਾਸੇ ਨੂੰ, ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਨੀਚ ਹੋ ਚੁੱਕੇ ਨੇ, ਉਹ ਨੀਵੇਂ ਧਰਤੀ ਦੇ ਉੱਤੇ ਉਹਨਾਂ ਲੋਕਾਂ ਦੇ ਪੱਧਰ 'ਤੇ ਉਤਰਦਾ। ਇਹ ਇਸ ਕਰਕੇ ਫਿਰ ਉਤਰਨ ਨੂੰ, ਆਉਣ ਨੂੰ, ਉਸ ਕਿਰਿਆ ਨੂੰ ਅਵਤਾਰ ਕਹਿ ਦਿੱਤਾ। ਨਾਨਕ ਕੁਲ ਨਿਬਲ ਅਵਤਰਿਓ, ਤੇ ਗੁਣ ਅਵਤਾਰ ਉਚਰੇ ਭੱਟਾਂ ਨੇ ਵੀ ਕਥਨ ਕੀਤਾ ਹੈ। ਸੋ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਥਾਏ ਗੱਲਾਂ ਕੀਆਂ। ਤੇ ਭਗਤ ਰਵਿਦਾਸ ਜੀ ਨੇ ਕਿਹਾ, ਤ੍ਰਿਗਤ ਜੋਨ ਅਚੇਤ ਸੰਭ ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਲਭ ਤੇ ਸੰਗਤ ਪੋਚ। ਇਹਦਾ ਵੀ ਮਤਲਬ ਇਹ ਹੈ ਮਨੁੱਖਾ ਜੂਨੀ ਦੇ ਵਿੱਚ ਜੀਵ ਦਾ ਉਤਰਨਾ ਆਉਣਾ। ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ। ਤੇ ਅਵਤਾਰ ਹੋਰ ਜੂਨੀਆਂ ਤੋਂ ਅਵਤਾਰ, ਇਹਦੇ 'ਚ ਮਨੁੱਖਾ ਜਨਮ 'ਚ ਆਉਣ ਨੂੰ ਵੀ ਇਹ ਅਵਤਾਰ ਹੀ ਕਿਹਾ। ਇਹ ਤਾਂ ਹੈ ਅਵਤਾਰ ਦੀਆਂ ਇਹੋ ਜਿਹੇ ਪ੍ਰਮਾਣ। ਤੇ ਇੱਕ ਸਵਈਏ ਦੇ ਵਿੱਚ ਕਥਨ ਕੀਤਾ ਹੈ, ਗੁਰ ਇਤਿਹਾਸ ਜਿਹੜੇ ਸਵਈਏ ਨੇ ਉਹਨਾਂ ਦੇ ਵਿੱਚ ਵੀ, ਜਬ ਜਬ ਪਖੰਡ ਪਸਾਰ ਕਰੇ ਤਜ ਧਰਮ ਅਧਰਮ ਕਰੇ ਨਰ ਨਾਰੀ, ਤਜ ਕੇ ਰਜਧਾਨੀ ਧਰਮ ਚਲੇ ਹੋਏ ਮੁਖੀਏ ਚੋਰ ਯਾਰ ਬਿਵਿਚਾਰੀ, ਨਿਰਪ ਜ਼ੁਲਮੀ ਬਾਰ ਕਿਦਾਰ ਪਖੈ ਅਗਿਆਨ ਅੰਧਾਰ ਹੋਏ ਧਰ ਭਾਰੀ, ਤੇ ਸਭ ਜਗ ਕੇ ਪਾਪ ਵਿਦਾਰਨ ਕੋ ਤਬ ਆਪ ਤਰੇ ਅਵਤਾਰ ਮੁਰਾਰੀ। ਅਵਤਾਰ ਜਦੋਂ ਸੰਸਾਰ ਦੇ ਪਖੰਡ ਵੱਧਦਾ, ਉਹਦਾ ਨਾਸ਼ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਣਾ ਹੁੰਦਾ ਹੈ। ਧਰਮ ਦੀਆਂ 4 ਰਾਜਧਾਨੀਆਂ ਬਣੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਕਹਿਆ, ਚੱਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛਾੜ ਰਜਧਾਨੀ, ਭਿੰਨ ਭਿੰਨ ਘਰ ਘਰ ਮਤ ਚਲਾ, ਜਾਂ ਤੇ ਧਰਮ ਭਰਮ ਉੱਡ ਚੱਲਾ। ਧਰਮ ਦੀਆਂ ਜਿਹੜੀਆਂ ਰਾਜਧਾਨੀਆਂ 4, ਤੇ ਉਹ ਪਹਿਲੀ ਰਾਜਧਾਨੀ ਧਰਮ ਸ਼ਾਸਤਰ ਦੇ ਅਨੁਸਾਰ ਰਾਜਿਆਂ ਨੂੰ ਮੰਨਿਆ, ਜਥਾ ਰਾਜਾ ਤਥਾ ਪ੍ਰਜਾ। ਜਿਹੋ ਜਿਹਾ ਰਾਜਾ ਹੁੰਦਾ ਉਹਦੀ ਪ੍ਰਜਾ ਹੋ ਜਾਂਦੀ ਹੈ। ਤੇ ਸੰਸਾਰ ਦੇ ਵਿੱਚ ਐਸਾ ਅੰਧਾ ਧੁੰਦ ਵਰਤਿਆ ਕਿ ਧਰਮੀ ਰਾਜੇ ਇੱਥੋਂ ਲੋਪ ਹੋ ਗਏ, ਅਧਰਮੀ ਰਾਜੇ ਬਹੁਤ ਹੋ ਗਏ। ਇੱਕ ਧਰਮੀ ਰਾਜੇ ਦੀ ਗੱਲ ਮੈਂ ਆਪ ਜੀ ਦੇ ਨਾਲ ਕਰਕੇ ਅੱਗੇ ਚੱਲਦਾ ਕਿ ਧਰਮ ਦੀ ਬਿਰਧੀ ਹੁੰਦੀ ਕਿਵੇਂ ਹੈ। ਜਥਾ ਰਾਜਾ ਤਥਾ ਪ੍ਰਜਾ ਜਿਹੜਾ ਪਿੱਛੇ ਕਿਹਾ ਨਾ, ਸਮਾਂ ਬੀਤਿਆ ਤੇ ਇਹ ਸੰਸਾਰ ਦੇ ਅੰਦਰ ਇੱਕ ਧਰਮੀ ਰਾਜਾ ਹੋਇਆ, ਜਿਸ ਧਰਮੀ ਰਾਜੇ ਨੇ, ਉਹ ਭਾਰਤ ਦਾ ਵੱਡਾ ਰਾਜਾ ਸੀ। ਤੇ ਇਤਿਹਾਸ ਦੇ ਵਿੱਚ ਉਹਦੀ ਅਸ਼ੋਕ ਜਿਹੜਾ ਸੀ ਰਾਜਾ, ਬੜਾ ਸਮਰਾਟ ਸੀ। ਉਹਨੇ 64,000 ਬੋਧੀ ਭਿਕਸ਼ੂਆਂ ਦਾ ਖਰਚਾ ਜਿਹੜਾ ਸੀ ਉਹ ਆਪਣੇ ਖਜ਼ਾਨੇ, ਰਾਜਸੀ ਖਜ਼ਾਨਿਆਂ ਦੇ ਵਿੱਚੋਂ ਦਿੰਦਾ ਸੀ, ਤਾਂ ਕਿ ਧਰਮ ਦਾ ਜਿਹੜਾ ਬਿਰਧੀ ਹੋਵੇ। ਇਸੇ ਕਰਕੇ ਜਿਹੜਾ ਬੌਧ ਧਰਮ ਹੈ ਉਹ ਫਿਰ ਬਹੁਤ ਜ਼ਿਆਦਾ ਫੈਲਿਆ। ਉਹਦਾ ਕਾਰਨ ਉਹਦੇ ਪਿੱਛੇ ਅਸ਼ੋਕ ਰਾਜਾ ਹੈ। ਪਰ ਹੁਣ ਕਲਯੁਗ ਦੇ ਵਿੱਚ ਦੇਖੋ, ਅੰਧਾ ਧੁੰਦ ਕਰਨ ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਰਾਜੇ ਸੀ ਮੁਕੱਦਮ ਕੁੱਤੇ, ਜਾਇ ਜਗਾਨ ਬੈਠੇ ਸੁਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓਂ ਚਟ ਜਾਓ। ਰਾਜੇ ਪਾਪ ਕਮਾਉਂਦੇ, ਭਾਈ ਗੁਰਦਾਸ ਨੇ ਕਿਹਾ, ਉਲਟੀ ਬਾੜ ਖੇਤ ਕੋ ਖਾਈ। ਸਾਰੀ ਜਿਹੜੀ ਭਾਈ ਸਾਹਿਬ ਜੀ ਦੀ ਪੂਰੀ ਪੌੜੀ ਹੈ। ਤੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ, ਉਲਟੀ ਬਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਮੈਨੂੰ ਕੂੜ ਕਸਤ ਮੁਖੋਂ ਲਾਈ। ਤੇ ਇਹ ਸਾਰੀ ਪੌੜੀ ਦੇ ਵਿੱਚ ਇਹ ਧਰਮ ਦਾ ਧਰਮ ਦਾ ਜੋ ਉਸ ਵੇਲੇ ਨਿਰਾਦਰ ਹੋਇਆ। ਤੇ ਇਸ ਕਰਕੇ ਜਿਹੜਾ ਪਹਿਲਾ ਟਿਕਾਣਾ ਹੈ ਨਾ ਧਰਮ ਦਾ, ਪ੍ਰਥਮ ਟਿਕਾਣਾ ਧਰਮ ਦਾ, ਭੂਪ ਕਹਿਤ ਵਿਦਵਾਨ, ਧਰਮ ਕਰੇ ਤੋ ਧਰਮ ਬੜੇ, ਅਧਰਮ ਵਡਾਨ। ਉਹ ਰਾਜਿਆਂ ਤੋਂ ਧਰਮ ਫੈਲਦਾ ਹੁੰਦਾ। ਤੋ ਇਸ ਕਰਕੇ ਇਹ ਟਿਕਾਣੇ ਰਾਜਧਾਨੀ ਜਿਹੜੀ ਸੀ, ਰਾਜੇ ਬਹੁਤ ਅਨਿਆਈ ਹੋ ਗਏ। ਉਹਨਾਂ ਰਾਜਿਆਂ ਦੀ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਇਹ ਰਾਜਧਾਨੀ ਸੀ ਇਹ ਵੀ ਰਾਜੇ ਲੋਕ। ਦੂਸਰੀ ਰਾਜਧਾਨੀ ਤੀਰਥ, ਤੇ ਦੂਸਰੀ ਜਿਹੜੀ ਰਾਜਧਾਨੀ ਹੈ, ਲੋਕੀ ਤੀਰਥਾਂ ਦੇ ਉੱਪਰ ਜਾ ਕੇ ਧਰਮ ਕਰਮ ਕਰਦੇ ਨੇ, ਦੁਨੀਆ ਵਿੱਚ ਧਰਮ ਪ੍ਰਫੁੱਲਤ ਹੁੰਦਾ ਹੈ। ਇਸ ਕਰਕੇ ਤੀਰਥਾਂ ਨੂੰ
ਧਰਮ ਦੀ ਰਾਜਧਾਨੀ ਮੰਨਿਆ ਗਿਆ। ਪਰ ਜਦੋਂ ਤੀਰਥਾਂ ਉੱਪਰ ਪਾਪ ਹੋਣ ਲੱਗ ਜਾਣ, ਅਧਰਮ ਦੀ ਬਿਰਧੀ ਜਿਹੜੀ ਹੈ ਉਹ ਅਧਰਮ ਬਹੁਤਾ ਵੱਧ ਜਾਂਦਾ ਹੈ। ਜੋ ਸ਼ੁਰੂ ਤੋਂ ਆਮ ਲੋਕਾਂ ਵਿੱਚ ਇਹ ਸਥਿਤੀ ਹੋਈ ਜਾਂਦੀ ਹੈ ਕਿ ਜਿਵੇਂ ਲੋਕ ਅੱਜ ਕੱਲ੍ਹ ਗੰਗਾ ਵਰਗੇ ਜਿਹੜੇ ਤੀਰਥ ਹਨ ਅਤੇ ਉਹਨਾਂ ਤੀਰਥਾਂ 'ਤੇ ਜਾ ਕੇ ਸਿਰਗਟਾਂ, ਬੀੜੀਆਂ, ਤੰਬਾਕੂ ਦਾ ਆਮ ਹੀ ਦੇਖਿਆ ਜਾਂਦਾ ਹੈ। ਤੀਰਥਾਂ 'ਤੇ ਕੋਈ ਤੀਰਥ ਇਹੋ ਜਿਹਾ ਹੈ ਨਹੀਂ ਜਿਹੜਾ ਤੰਬਾਕੂ ਨਾਲ ਭ੍ਰਸ਼ਟ ਨਹੀਂ ਕਰ ਦਿੱਤਾ ਇਹਨਾਂ ਨੇ, ਔਰ ਕੋਈ ਇਹੋ ਜਿਹਾ ਤੀਰਥ ਨਹੀਂ ਜਿਹਦੇ ਉੱਤੇ ਗੰਦਗੀ ਹੈ ਜਿਹੜੀ ਉਹ ਨਹੀਂ ਹੈ। ਅਤੇ ਪਵਿੱਤਰ ਪਾਣੀ ਜਿਹੜੇ ਸੀ ਉਹ ਤੀਰਥਾਂ ਦੇ ਉੱਤੇ ਬਹੁਤ ਬੜੇ ਪਾਪ ਵੀ ਹੋਣ ਲੱਗ ਗਏ। ਸੀਤਲ ਜਲ ਦੇ ਵਿੱਚ ਹੁਣ ਤਾਂ ਚਲੋ ਫਰਿੱਜ ਚੱਲ ਪਏ, ਸ਼ਰਾਬ ਤੱਕ ਦੇ ਬੋਤਲਾਂ ਠੰਡੀਆਂ ਕਰਨ ਦੀਆਂ ਕਹਾਣੀਆਂ ਪ੍ਰਤੱਖ ਹੋਈਆਂ ਦੇਖੀਆਂ, ਅਤੇ ਇਸ ਕਰਕੇ ਤੀਰਥਾਂ ਦੇ ਉੱਤੇ ਬਹੁਤ ਬੜੇ ਪਾਪ ਹੋਣ ਲੱਗ ਪਏ। ਅਤੇ ਜਿਸ ਕਰਕੇ ਥਾਨਸਤ ਜਗ ਭ੍ਰਸ਼ਟ ਹੋਏ, ਡੂਬਤਾ ਇਹ ਜਗ, ਅਤੇ ਇੱਥੋਂ ਵੀ ਧਰਮ ਲੋਪ ਹੋ ਗਿਆ। ਅਤੇ ਇਹ ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤੋਂ ਮਾਇਆ ਰਾਤੇ, ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋ ਪਰ ਚੜ੍ਹਿਆ ਸੋਰ। ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਤੀਰਥ ਨਹਾਏ ਕਹਾਂ ਸੁਚ ਮੈਲ, ਮਨ ਕੋ ਵਿਆਪੈ ਹਉਮੈ ਮੈਲ। ਅਤੇ ਇਸ ਕਰਕੇ ਇਹ ਦੂਸਰੀ ਰਾਜਧਾਨੀ ਸੀ, ਉੱਥੇ ਬੜੇ ਬੜੇ ਪਾਪ ਤੀਰਥਾਂ 'ਤੇ ਹੋਏ। ਗੰਗਾ ਵਰਗੇ ਮਹਾਨ ਤੀਰਥ, ਗੰਗੋਤਰੀ ਤੋਂ ਕਿੰਨਾ ਸ਼ੁੱਧ ਜਲ ਹੈ ਗੰਗਾ ਦਾ, ਨਿੱਕੀ ਤੋਂ ਨਿੱਕੀ ਕੌਡੀ ਉੱਥੇ ਛੱਡ ਦਿਓ ਤਾਂ ਪਈ ਦਿਸਦੀ ਹੈ ਵੀ ਉਹ ਪਈ ਹੈ। ਅਤੇ ਜਿੱਥੇ ਜਾ ਕੇ ਗੰਗਾ ਸਮਾਪਤ ਹੁੰਦੀ ਹੈ ਅਤੇ ਉਹਨੂੰ ਗੰਗਾ ਸਾਗਰ ਕਹਿੰਦੇ ਹੈ। ਇਹ ਕਲਕੱਤੇ ਤੋਂ ਪਰੇ ਹੈ, ਅਤੇ ਆਪ ਜਾ ਕੇ ਦੇਖਿਆ, ਸਾਰੇ ਜਥੇ ਦੇ ਸਿੰਘਾਂ ਨੇ ਦੇਖਿਆ। ਉੱਥੇ ਜਾ ਕੇ ਜਦੋਂ ਸਾਗਰ ਦੇ 'ਚ ਗੰਗਾ ਸਮਾਉਂਦੀ ਹੈ ਉਹਨੂੰ ਕਹਿੰਦੇ ਗੰਗਾ ਸਾਗਰ। ਉੱਥੇ ਪਾਣੀ ਦੇ 'ਚ ਜੇ ਹਾਥੀ ਡੁੱਬ ਜਾਵੇ ਤਾਂ ਹਾਥੀ ਦਾ ਪਤਾ ਨਹੀਂ ਲੱਗਦਾ ਵੀ ਕਿੱਧਰ ਗਿਆ, ਇੰਨਾ ਮੈਲਾ ਹੋ ਜਾਂਦਾ ਹੈ। ਇਹ ਮੈਲ ਟਨਾਂ ਦੇ ਹਿਸਾਬ ਸਿਰ ਸ਼ਹਿਰਾਂ ਦੀ ਗੰਦਗੀ ਗੰਗਾ ਵਿੱਚ ਘੋਲੀ, ਤਾਂ ਮਨੁੱਖ ਨੇ ਘੋਲੀ ਹੈ ਅਤੇ ਤੀਰਥਾਂ ਨੂੰ ਭ੍ਰਸ਼ਟ ਕੀਤਾ। ਅਤੇ ਪੁਰਾਣੇ ਸਮੇਂ ਭਾਵੇਂ ਸਿੱਖ ਧਰਮ ਦੇ ਵਿੱਚ ਤੀਰਥ ਨਹਾਵਣ ਜਾਓ, ਤੀਰਥਨਾਮਾ ਸਾਡਾ ਤਾਂ ਅਲੱਗ ਹੀ ਆ ਬਾਤ ਇਹ, ਪਰ ਇਹ ਕਹਿਣ ਦੇ ਵਿੱਚ ਸਾਧ ਸੰਗਤ ਜੀ ਤੀਰਥ ਇਹ ਰਾਜਧਾਨੀ ਸੀ, ਕਿਉਂਕਿ ਇੱਥੋਂ ਧਰਮ ਵੱਧਦਾ ਸੀ। ਤੀਸਰੀ ਰਾਜਧਾਨੀ ਸੀ ਧਰਮ ਦੀ ਬ੍ਰਾਹਮਣ। ਬ੍ਰਾਹਮਣ ਪੁਰਾਣੇ ਸਮੇਂ 'ਚ ਜਪੀ ਤਪੀ ਹੋਇਆ ਕਰਦੇ ਸੀ। ਬ੍ਰਾਹਮਣ ਦੇ ਘਰ ਜਦੋਂ ਲੜਕਾ ਪੈਦਾ ਹੁੰਦਾ ਸੀ, ਇੰਦਰ ਵਰਗਿਆਂ ਨੂੰ ਨਾ ਸਾਹ ਸੁੱਕ ਜਾਂਦੇ ਸੀ ਵੀ ਇਹ ਬੜਾ ਹੋ ਕੇ ਜਪ ਤਪ ਕਰੂਗਾ, ਕਿਤੇ ਮੇਰਾ ਰਾਜ ਨਾ ਸਾਂਭ ਲਵੇ। ਅਤੇ ਉਹ ਬ੍ਰਾਹਮਣ ਸਾਧ ਸੰਗਤ ਜੀ ਐਸੇ ਆਪਣੇ ਕਰਮ ਧਰਮ ਤੋਂ ਭ੍ਰਸ਼ਟ ਹੋ ਗਏ, ਤਾਂ ਗੁਰੂ ਸਾਹਿਬ ਜੀ ਨੂੰ ਵੀ ਸਿਰ ਇਹ ਗੱਲਾਂ ਕਹਿਣੀਆਂ ਪਈਆਂ ਬਣ ਗਈਆਂ, ਐਸੇ ਬ੍ਰਾਹਮਣ ਡੂਬੇ ਭਾਈ, ਨਿਰਾ ਅਪਰਾਧ ਚਿਤਵੈ ਬਰਿਆਈ। ਪਖੰਡ ਫੈਲ ਗਿਆ। ਅਤੇ ਬਾਹਮਣ ਕਹਿ ਕੇ ਜਨਮ ਮਤ ਖੋਏ, ਭਗਤਾਂ ਨੇ ਵੀ ਕਿਹਾ, ਮੂਰਖ ਬ੍ਰਾਹਮਣ ਪ੍ਰਭੂ ਸਮਾਲ। ਅਤੇ ਇਸ ਕਰਕੇ ਬ੍ਰਾਹਮਣ ਦਾ ਅਰਥ ਕੀ ਸੀ? ਬ੍ਰਾਹਮਣ ਦਾ ਅਰਥ ਜੋ ਬ੍ਰਹਮ ਨੂੰ ਜਾਣ ਲਵੇ, ਅਤੇ ਉਹਨੂੰ ਬ੍ਰਹਮ ਬਿੰਦੇ ਤੇ ਬ੍ਰਾਹਮਣ ਜੇ ਚੱਲੇ ਸਤਿਗੁਰ ਭਾਏ। ਤੋ ਇਸ ਕਰਕੇ ਜਨਮ ਕਰਕੇ ਤਾਂ ਚਾਹੇ ਬ੍ਰਾਹਮਣ ਦੇ ਘਰ ਕੋਈ ਲੜਕਾ ਪੈਦਾ ਹੁੰਦਾ ਹੈ, ਜਨਮ ਵੇਲੇ ਤਾਂ ਸਾਰਾ ਉਹਨੂੰ ਸ਼ੂਦਰ ਹੀ ਕਿਹਾ ਗ੍ਰੰਥਾਂ 'ਚ। ਮਤਾਂ ਕੋਈ ਕਹੇ ਵੀ ਬਾਹਮਣ ਜੰਮਦਾ ਹੁੰਦਾ, ਬਾਹਮਣ ਨਹੀਂ ਜੰਮਦਾ। ਅਤੇ ਇਸ ਕਰਕੇ ਉਹ ਸੁਰਤੀ ਦੇ ਵਿੱਚ ਐਸਾ ਕਿਹਾ, ਜਨਮ ਜਾਇ ਤੇ ਸ਼ੂਦਰਾ, ਸੰਸਕਾਰੇ ਤੇ ਦਿਵਸ ਜਾਇ ਤੇ, ਵੇਦ ਪਾਠੀ ਭਵੇਤ ਵਿਪਰ ਬ੍ਰਹਮ ਜਾਨੰਤ ਬ੍ਰਾਹਮਣ। ਜਿਹੜਾ ਬ੍ਰਹਮ ਨੂੰ ਜਾਣ ਲਵੇ ਅਤੇ ਉਹਨੂੰ ਬ੍ਰਾਹਮਣ ਕਿਹਾ ਜਾਂਦਾ। ਸੋ ਇਸ ਕਰਕੇ ਅੰਤःਕਰਨ ਵਗੈਰਾ ਜਿਹੜੀ ਇਹ ਬਿਰਤੀਆਂ ਦਾ ਦਮਨ ਕਰਨਾ, ਸ਼ੁੱਧ ਰਹਿਣਾ ਗਲਤ ਹੈ। ਇਹ ਸੀ ਤੀਤੀ ਟਿਕਾਣਾ ਧਰਮ ਕਾ ਵਿਪਰ ਕਹੇ ਬੁੱਧਵਾਨ, ਧਰਮ ਵਿਪਰ ਤੇ ਧਰਮ ਬਿਰਧ, ਕਪਟ ਕਰੇ ਧਰਮਹਾਨ। ਹੁਣ ਚੌਥੀ ਇਹ ਸੀ ਤੀਜੀ ਰਾਜਧਾਨੀ। ਬ੍ਰਾਹਮਣਾਂ ਦੇ ਵਿੱਚੋਂ ਧਰਮ ਲੋਪ ਹੋਇਆ, ਪਖੰਡ ਵਧਿਆ। ਬ੍ਰਹਮ ਨੂੰ ਜਾਣਨ ਦੀ ਗੱਲ ਇੱਕ ਪਾਸੇ ਰਹਿ ਗਈ, ਪਖੰਡ ਕਰ ਕਰਕੇ ਬੇਲੜ ਲੈ ਕੇ ਸੰਸਾਰ ਨੂੰ ਜੁਗਾਂ ਪ੍ਰੰਤੀ ਲੁੱਟਦੇ ਰਹੇ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਐਵੇਂ ਨਹੀਂ ਆਏ ਸੰਸਾਰ ਵਿੱਚ, ਇਹ ਕਾਰਨ ਹੈ ਉਹਨਾਂ ਦੇ ਆਉਣ ਦੇ। ਚੌਥੀ ਸੀ ਰਾਜਧਾਨੀ ਮਹਾਤਮਾ। ਧਰਮ ਦੀ ਚੌਥੀ ਰਾਜਧਾਨੀ ਜਿਹੜੇ ਸੰਤ ਜਨ ਮੰਨੇ ਆ, ਅਤੇ ਜਿਨ੍ਹਾਂ ਨੇ ਪਰਮੇਸ਼ਰ ਦੀ ਜਿਹੜੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਧਰਮ ਨੂੰ ਕਾਇਮ ਰੱਖਣਾ ਸੀ। ਪਰ ਉਹ ਸੰਤ ਜਿਹੜਾ ਸ਼ਾਂਤ ਆਤਮਾ, ਜਿਨ੍ਹਾਂ ਸਾਸ ਗਰਾਸਨਾ ਵਿਸਰੈ ਹਰਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਅਤੇ ਉਹ ਸੰਤ ਦੀ ਤਾਂ ਪਰਿਭਾਸ਼ਾ ਦੇ ਇਹ ਕਿਹਾ, ਪਰ ਹੁਣ ਸੰਤ ਸ਼ਬਦ ਜਿਹੜੀ ਦੀ ਇਹਦੇ ਦੁਰਪ੍ਰਯੋਗ ਬਹੁਤਾ ਹੋਣ ਲੱਗ ਗਿਆ। ਕਲਯੁਗ ਦੇ ਵਿੱਚ ਧਰਮ ਕਰਮ ਨੂੰ ਤਿਆਗ ਕੇ ਐਸ਼ ਪ੍ਰਾਤੀ ਜੀਵਨ ਬਤੀਤ ਕਰਨਾ, ਸਾਦਗੀ ਖਤਮ ਹੋ ਗਈ। ਡੇਰਿਆਂ ਆਸ਼ਰਮਾਂ ਦੇ ਵਿੱਚ ਵਿਭਚਾਰ ਫੈਲ ਗਿਆ। ਅਨੇਕਾਂ ਪਾਪ ਦੀਆਂ ਖਬਰਾਂ ਜਿਹੜੀਆਂ ਸੰਸਾਰ ਪ੍ਰਗਟ ਹੋ ਰਹੀਆਂ, ਜ਼ਮੀਨਾਂ ਦੇ ਝਗੜੇ, ਜ਼ਮੀਨਾਂ ਹੜੱਪ ਕਰਨ ਦੀਆਂ ਗੱਲਾਂ, ਅਤੇ ਇਹ ਆਪਣਾ ਸਭ ਕੁਝ ਛੱਡ ਕੇ ਬਲਾਤਕਾਰ ਵਰਗੇ ਪਰਾਏ ਜਾਇਦਾਦ ਹੜੱਪਣਾ ਕਰਨਾ, ਬਲਾਤਕਾਰੀਆਂ ਅਤੇ ਕਚਹਿਰੀਆਂ ਤੱਕ ਦੇ ਕੇਸਾਂ, ਇਹ ਪਖੰਡ ਦਾ ਪ੍ਰਤੱਖ ਸਬੂਤ ਕਲਯੁਗ ਦੇ ਵਿੱਚ ਸਾਧ ਸੰਜੀ ਚੱਲਿਆ।
ਤੇ ਇਸ ਕਰਕੇ ਹੈ ਗਜ ਸਾਢੇ ਤੈਂ ਤੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵੱਗ, ਉਹ ਹਰ ਕੇ ਸੰਤ ਨਾ ਆਖਿਆ ਬਾਨਾਰਸ ਕੇ ਠੱਗ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੇ ਲੀਨ, ਬਾਸ ਨਰਕ ਮੋ ਲੀਨ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈ। ਸੋ ਇਸ ਕਰਕੇ ਜਿਹੜੀ ਨਾ ਰਾਜਧਨ ਦੀ ਜਿਹੜੀ ਚੌਥੀ ਰਾਜਧਾਨੀ ਸੀ, ਇੱਥੇ ਵੀ ਬਹੁਤ ਵੱਡੀ ਗੜਬੜ ਹੋ ਗਈ। ਰਹਿਓ ਸੰਤ ਹੋ ਟੋਲ ਸਾਧ ਵੋ ਤੇਰੇ ਠੇਠੇ। ਤੋ ਇਸ ਕਰਕੇ ਸਾਧ ਸਿੰਘ ਜੀ ਤੇ ਅੱਗੇ ਫਿਰ ਇਸ ਕਰਕੇ ਕਿਹਾ ਜਿਹੜੀ ਇਹ ਰਾਜਧਾਨੀ ਸੀ ਇਹਦੇ ਵਿੱਚ ਹੈ, ਰਾਜਧਾਨੀ ਹੈ ਧਰਮ ਕੀ ਚੌਥੀ ਸੰਤ ਮਹਾਨ, ਧਰਮੀ ਧਰਮ ਵਧਾਏ ਤੇ ਕਪਟੀ ਕਪਟ ਮਹਾਨ। ਤੋ ਇਸ ਕਰਕੇ ਇਹ ਜਦੋਂ ਸਾਰਿਆਂ ਥਾਵਾਂ 'ਤੇ ਰਾਜਧਾਨੀ ਦੀ ਜਿਹੜੀਆਂ 4 ਰਾਜਧਾਨੀਆਂ ਸੀ, ਰਾਜਧਾਨੀ ਕੀ ਹੁੰਦੀ ਹੈ? ਜਿੱਥੇ ਰਾਜਾ ਰਹਿੰਦਾ ਉਹਨੂੰ ਰਾਜਧਾਨੀ ਕਹਿੰਦੇ ਆ। ਅਤੇ ਜਿਵੇਂ ਮੁਗਲ ਬਾਦਸ਼ਾਹ ਦੇ ਵੇਲੇ 4 ਤਖਤ ਸੀ ਜਿੱਥੇ ਬਾਦਸ਼ਾਹ ਰਹਿੰਦਾ ਸੀ, ਹੁਕਮ ਕਰਦਾ ਸੀ। ਦਿੱਲੀ ਔਰ ਆਗਰੇ, ਦਿੱਲੀ ਦੇ ਵਿੱਚ ਵੀ ਤਖਤ, ਆਗਰੇ 'ਚ ਵੀ ਤਖਤ ਸੀ, ਲਾਹੌਰ ਦੇ ਵਿੱਚ ਵੀ, ਕਲਾਨੌਰ ਦੇ ਵਿੱਚ ਵੀ। ਇਸੇ ਤਰ੍ਹਾਂ ਧਰਮ ਦੀਆਂ ਜਿਹੜੀਆਂ ਰਾਜਧਾਨੀਆਂ, ਅਤੇ ਪਾਪ ਦੀ ਕਹਾਣੀ ਐਸੀ ਚੱਲੀ ਤੇ ਕਲਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ। ਪੰਛੀ ਜਦੋਂ ਉੱਡਦਾ ਹੈ 2 ਖੰਭ ਹੁੰਦੇ ਨੇ ਨਾ, 2 ਖੰਭਾਂ 'ਤੇ ਉੱਡਦਾ ਹੈ। ਕਹਿੰਦੇ ਧਰਮ ਵੀ ਆਪਣੀ ਰਾਜਧਾਨੀ ਹੈ, 4 ਰਾਜਧਾਨੀਆਂ ਸੀ, ਇਹਨਾਂ ਦੇ ਵਿੱਚੋਂ ਧਰਮ ਭੱਜਿਆ ਕਿਵੇਂ ਆ? ਬੈਰਾਗ ਤੇ ਵਿਵੇਕ ਦੇ ਖੰਭ ਨ ਧਰਮ ਦੇ। ਉਹ ਬੈਰਾਗ ਖਤਮ ਹੋ ਗਿਆ, ਬੈਰਾਗ ਦੇ ਤੇ ਵਿਵੇਕ ਦੇ ਸਮੇਤ ਤੇ ਉੱਡ ਹੀ ਗਿਆ। ਮਹਾਰਾਜ ਕਹਿੰਦੇ ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ, ਨਜ਼ਰ ਹੀ ਨਹੀਂ ਆ ਰਿਹਾ, ਨਾ ਬੈਰਾਗ ਰਿਹਾ ਨਾ ਵਿਵੇਕ ਰਿਹਾ। ਚੋ ਇਸ ਕਰਕੇ ਜਿਹੜਾ ਧਰਮ ਜਦੋਂ ਇਸ ਥਾਂ 'ਤੇ ਸਾਰੇ ਉੱਡ ਗਿਆ 4 ਥਾਵਾਂ ਤੋਂ, ਕੋਈ ਵੀ ਰਾਜਾ ਆਪਣੀ ਰਾਜਧਾਨੀ ਉਦੋਂ ਛੱਡ ਕੇ ਭੱਜਦਾ ਹੈ ਜਦੋਂ ਅਤ ਦਰਜੇ ਦੀ ਵਿਫਤਾ ਪੈ ਜਾਏ। ਜਦੋਂ ਉਹਨੂੰ ਇਹ ਲੱਗੇ ਵੀ ਰਾਜਧਾਨੀ ਤਾਂ ਮੁੜ ਕੇ ਫੇਰ ਵੀ ਸਾਂਭ ਲੂੰ, ਕਿਤੇ ਮੇਰੀ ਜਾਨ ਨਾ ਖਤਮ ਹੋ ਜਾਵੇ, ਉਹ ਆਪਣੀ ਜਾਨ ਬਚਾ ਕੇ ਭੱਜਦਾ ਹੈ। ਧਰਮ ਆਪਣੀ ਜਾਨ ਬਚਾ ਕੇ ਵੀ ਧਰਮ ਜਿਉਂਦਾ ਰਹੇ ਅਤੇ ਆਪਣੀਆਂ ਰਾਜਧਾਨੀਆਂ ਦੇ ਵਿੱਚੋਂ ਛੱਡ ਕੇ 4 ਤੋਂ ਚਲਾ ਗਿਆ। ਅਤੇ ਉਸ ਵੇਲੇ ਫਿਰ ਅਵਤਾਰ ਤਾਂ ਸੰਸਾਰ ਦੇ ਵਿੱਚ ਆਉਂਦਾ, ਜਿਹੜੀ ਪਿੱਛੇ ਸੁਣਿਆ ਸੀ ਆਪਨੇ। ਅਤੇ ਹੁਣ ਦੂਸਰਾ ਸਵਾਲ ਵੀ ਅਵਤਾਰ ਕੈ ਕਿਸਮ ਦਾ ਹੁੰਦਾ ਹੈ? ਅਵਤਾਰ ਸਾਧ ਸੰਗਤ ਜੀ 6 ਕਿਸਮ ਦਾ ਮੰਨਿਆ ਜਾਂਦਾ ਹੈ। ਪਹਿਲਾ ਹੈ ਅੰਸਾ ਅਵਤਾਰ। ਅੰਸਾ ਅਵਤਾਰ ਉਹਨੂੰ ਕਹਿੰਦੇ ਜਿਸ ਵਿੱਚ ਈਸ਼ਵਰ ਦੀ ਹੁਕੂਮਤ ਕਰਨ ਵਾਲੀ ਅੰਸ਼ ਹੋਵੇ। ਉਹਦੇ ਵਿੱਚ ਜਿਵੇਂ ਰਾਜੇ ਨੂੰ ਮੰਨਦਾ ਅੰਸਾ ਅਵਤਾਰ ਉਪਾਇਨ ਭਵ ਦੂਜਾ ਕੀਆ, ਜਿਉਂ ਰਾਜੇ ਰਾਜ ਕਮਾਮ ਦੇ ਦੁੱਖ ਸੁੱਖ ਭਿੜੀਆ। ਅਤੇ ਇਹ ਵਚਨ ਕੀਤਾ ਜਿਵੇਂ ਮਨੂ ਰਾਜਾ ਹੋਇਆ, ਪਿਰਥੂ ਰਾਜਾ ਹੋਇਆ, ਇਹ ਅਵਤਾਰੀ ਜਿਹੜੇ ਮੰਨੇ ਗਏ ਨੇ ਰਾਜੇ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਕਿਹਾ ਕਿ ਅਰਜਨ ਮੈਂ ਮਨੁੱਖਾਂ ਵਿੱਚ ਰਾਜਾ ਰੂਪ ਹੋ ਕੇ ਰਹਿ ਰਿਹਾ, ਇਹ ਭਗਵਾਨ ਦਾ ਬਚਨ ਹੈ। ਅਤੇ ਦੂਸਰਾ ਅਵਤਾਰ ਹੁੰਦਾ ਅਵੇਸ਼ਾ, ਕਿਉਂਕਿ ਆਪਾਂ ਨੇ ਇਹ ਗੱਲ ਸਮਝਣੀ ਵੀ ਗੁਰੂ ਨਾਨਕ ਸਾਹਿਬ ਕਿਹੜੇ ਅਵਤਾਰ ਸੀ, ਫਿਰ ਉਹਨਾਂ ਦੀ ਬਾਣੀ ਦੀ ਕਥਾ ਦੀ ਬਾਤ ਹੈ ਨਾ। ਅਵੇਸ਼ਾ ਅਵਤਾਰ ਜਿਸ ਦੇ 'ਚ ਪਹਿਲਾਂ ਕੋਈ ਸ਼ਕਤੀ ਨਾ ਹੋਵੇ, ਜਪ ਤਪ ਕਰਕੇ ਕਮਾਈ ਕਰਕੇ ਸ਼ਕਤੀ ਅਵੇਸ਼ ਨਾਮ ਅਸਲ 'ਚ ਪ੍ਰਵੇਸ਼ ਦਾ ਹੁੰਦਾ ਹੈ। ਜਪ ਤਪ ਕਰਕੇ ਸ਼ਕਤੀ ਵਿੱਚ ਪ੍ਰਵੇਸ਼ ਹੋ ਜਾਵੇ ਉਹਨੂੰ ਕਹਿੰਦੇ ਨੇ ਅਵੇਸ਼ਾ ਅਵਤਾਰ। ਅਤੇ ਜਿਵੇਂ ਵਿਸ਼ਨੂੰ ਭਗਵਾਨ ਜੀ ਦੇ ਅਵਤਾਰਾਂ 'ਚੋਂ ਪਰਸ਼ੁਰਾਮ ਜੀ ਹੋਏ ਨੇ, ਇਹਨਾਂ 'ਚ ਪਹਿਲਾਂ ਤਾਂ ਕੋਈ ਸ਼ਕਤੀ ਨਹੀਂ ਸੀ। ਜਿਉਂ ਤਪੱਸਿਆ ਕੀਤੀ ਜਪ ਤਪ ਕਰਕੇ ਬੜੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ। ਉਹ ਜਪ ਤਪ ਕਰਕੇ ਸ਼ਕਤੀ ਵੀ ਰਹੇ, 2 ਕਲਾ ਅਵਤਾਰ ਮੰਨਿਆ ਪਰਸ਼ੁਰਾਮ ਨੂੰ। ਅਤੇ ਇਸ ਕਰਕੇ ਤੀਸਰਾ ਅਵਤਾਰ ਹੈ, ਉਹਨੂੰ ਕਲਾ ਅਵਤਾਰ ਕਹਿੰਦੇ ਨੇ। ਕਲਾ ਅਵਤਾਰ ਉਸ ਨੂੰ ਕਹਿੰਦੇ ਜਿਹਦੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਤੇ ਕੁਲਾ ਸ਼ਕਤੀਆਂ ਕੁਝ ਹੋਣ। ਉਹਦੇ 'ਚ ਮਿਸਾਲ ਹੈ ਜਿਵੇਂ ਮੱਛ ਕੱਛ ਵਿਸ਼ਨੂੰ ਜੀ ਦੇ ਅਵਤਾਰ ਹੋਏ ਨੇ। ਇਹਨਾਂ ਦੋਨਾਂ ਅਵਤਾਰਾਂ 'ਚ ਇਹਨਾਂ 'ਚ 2-2 ਕਲਾ ਸੀ। ਭਗਵਾਨ ਵਿਸ਼ਨੂੰ ਨੇ ਮੱਛ ਅਵਤਾਰ ਧਾਰ ਕੀਤਾ, ਸੰਖਾਸੁਰ ਦੈਤ ਨੂੰ ਮਾਰਿਆ ਸੀ। ਵੇਦਾਂ ਦਾ ਉਧਾਰ ਕੀਤਾ, ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੰਖਾਸੁਰ ਮਾਰੇ ਵੇਦ ਉਧਾਰੇ। ਸੰਖਾਸੁਰ ਨੂੰ ਮਾਰਨਾ ਉਸ ਅਵਤਾਰਾਂ ਦੇ ਵਿੱਚੋਂ ਹੀ ਹੈ, ਅਤੇ ਇਹ ਕਲਾ ਅਵਤਾਰ ਕਹਾਉਂਦੇ। ਤੋ ਇਸ ਕਰਕੇ ਅਤੇ ਅੱਜ ਤੱਕ ਉਹ ਜਿਹੜੇ ਥਾਂ 'ਤੇ ਨਾ ਮੱਛ ਅਵਤਾਰ ਧਾਰਨ ਕੀਤਾ, ਅਤੇ ਉਹ ਉੱਥੇ ਸਾਗਰ ਦੇ ਵਿੱਚ, ਅਰਬ ਸਾਗਰ ਦੇ ਵਿੱਚ ਹੈ ਇਹ, ਜਿਹਨੂੰ ਸੱਤ ਸਾਗਰ ਨਾ, ਅਰਬ ਸਾਗਰ ਦੇ ਵਿੱਚ ਛੋਟਾ ਜਿਹਾ ਟਾਪੂ ਬੇਟ ਦੁਆਰਕਾ ਕਹਿੰਦੇ ਨੇ ਉਹਨੂੰ। ਉਹ ਅੱਜ ਵੀ ਸੰਖ ਸਰੋਵਰ ਨਾਂ ਦਾ ਤੀਰਥ ਉੱਥੇ ਮੌਜੂਦ ਹੈ। ਸਮੁੰਦਰ ਮੰਥਨ ਵੇਲੇ ਵਿਧੀਏ ਚੱਲ ਪਰਬਤ ਨੂੰ ਟਿਕਾਉਣ ਦੇ ਵਾਸਤੇ ਉਹ ਹੇਠਾਂ ਨੂੰ ਜਾਈ ਜਾਵੇ, ਅਤੇ ਫਿਰ ਵਿਸ਼ਨੂੰ ਅਵਤਾਰ ਨੇ ਕੱਛ ਅਵਤਾਰ ਧਾਰਨ ਕਰਕੇ ਕੱਛੂ ਕੁੰਮੇ ਦਾ, ਅਤੇ ਫਿਰ ਇਹ ਉਸ ਵੇਲੇ ਅਵਤਾਰ ਹੋਇਆ। ਉਹਨੂੰ ਕਲਾ ਅਵਤਾਰ ਕਹਿੰਦੇ। ਲੋਕਾਂ ਦੇ ਨਾਲੋਂ ਅਵਤਾਰ ਦੇ ਵਿੱਚ ਵਿਸ਼ੇਸ਼ਤਾ ਮੰਨੀਆਂ ਜਾਂਦੀਆਂ ਨੇ, ਉਹਨਾਂ ਨੂੰ ਕਲਾ ਕਹਿੰਦੇ ਆ। ਅਤੇ ਇਸ ਕਰਕੇ ਫਿਰ ਨਿਤ ਅਵਤਾਰ, ਅਤੇ ਜਿਵੇਂ ਮੱਛ ਅਤੇ ਕੱਛ 2 ਹੋਏ ਨਾ, ਉਹ ਵੇਦ ਉਦਾਹਰਨ ਵਾਸਤੇ ਲਿਆਂਦਾ, ਅਤੇ ਸਮੁੰਦਰ ਦੇ ਵਿੱਚ ਪਰਬਤ ਨੂੰ ਟਿਕਾਉਣ ਵਾਸਤੇ,
ਤੇ ਨਿਤ ਅਵਤਾਰ ਪਰਮਾਤਮਾ ਦੀ ਚਲਾਈ ਹੋਈ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਸਮੇਂ-ਸਮੇਂ ਨਿਤ ਅਵਤਾਰ ਸੰਤ ਨੂੰ ਕਿਹਾ ਜਾਂਦਾ ਹੈ। ਇਹ ਨਿਤ ਅਵਤਾਰ ਨੂੰ ਸਾਧ ਰੂਪ ਆਪਣਾ ਤਨ ਧਾਰਿਆ। ਹੁਣ ਪੰਜਵਾਂ ਹੈ ਨਿਮਿਤ ਅਵਤਾਰ। ਨਿਤ ਅਵਤਾਰ ਜੋ ਪ੍ਰਭੂ ਕਿਸੇ ਕਾਰਜ ਕਰਨ ਵਾਸਤੇ ਆਉਂਦਾ ਹੈ ਤੇ ਉਹ ਕਾਰਜ ਕਰਕੇ ਸਮਾਪਤ ਹੋ ਜਾਂਦਾ, ਲੋਪ ਹੋ ਜਾਂਦਾ, ਹੋਰ ਕਿਸੇ ਦਾ ਕੁਝ ਨਹੀਂ ਸਵਾਰਦਾ। ਉਹ ਨਿਮਿਤ ਅਵਤਾਰ ਹੈ। ਜਿਵੇਂ ਭਗਤ ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਦਾ ਰੂਪ ਧਾਰਨ ਕਰਕੇ ਬਲਰਾਜ ਨੂੰ ਛੱਲਣ ਵਾਸਤੇ 52 ਰੂਪ ਧਾਰਨ ਕੀਤਾ। ਇਹ ਜਿਹੜੇ ਸੀ ਇਹ ਇਸ ਪ੍ਰਕਾਰ ਦੇ ਨਿਮਿਤ ਅਵਤਾਰ ਕਹਿਲਾਉਂਦੇ ਨੇ ਇਹ। ਤੇ ਪੂਰਨ ਅਵਤਾਰ ਛੇਵਾਂ ਜਿਹੜਾ ਹੈ, ਪੂਰਨ ਅਵਤਾਰ 24 ਅਵਤਾਰਾਂ ਦੇ ਜੋ ਭਗਵਾਨ ਰਾਮਚੰਦਰ ਜੀ ਤੇ ਭਗਵਾਨ ਕ੍ਰਿਸ਼ਨ ਜੀ ਇਹ ਪੂਰਨ ਅਵਤਾਰ ਮੰਨੇ ਨੇ ਦੋਨਾਂ ਯੁੱਗਾਂ ਦੇ, ਇੱਕ ਤ੍ਰੇਤੇ ਦਾ ਰਾਮਚੰਦਰ ਜੀ, ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ। ਤੇ ਭਗਵਾਨ ਰਾਮਚੰਦਰ ਜੀ ਦੇ ਵਿੱਚ 14 ਕਲਾ ਸਨ। ਉਦੋਂ ਯੁੱਗ ਸੀ, ਉਦੋਂ ਇੰਨੀਆਂ ਸ਼ਕਤੀਆਂ ਦੀ ਨਹੀਂ ਸੀ ਲੋੜ, ਉਨੀਆਂ ਨਾਲੇ ਸੰਸਾਰ ਦਾ ਭਲਾ ਹੋ ਗਿਆ। ਫਿਰ ਜਦੋਂ ਦੁਆਪਰ ਯੁੱਗ ਆਇਆ, ਪਾਪ ਵੱਧ ਗਿਆ ਜ਼ਿਆਦਾ, ਉਦੋਂ ਫਿਰ 16 ਕਲਾਂ ਸੰਪੂਰਨ ਫਲੇ। 16 ਕਲਾਂ ਧਾਰਨ ਕਰਕੇ ਭਗਵਾਨ ਕ੍ਰਿਸ਼ਨ ਜੀ ਆਏ। ਤੋ ਇਸ ਕਰਕੇ ਇਹਦੇ 'ਚ ਜਿਹੜੀਆਂ 16 ਕਲਾਂ ਨੇ, ਗਿਆਨ ਹੋਣਾ, ਧਿਆਨ ਦੇ ਵਿੱਚ ਪ੍ਰੈਣ ਰਹਿਣਾ, ਜਤ ਵਿੱਚ, ਸੰਜਮ ਵਿੱਚ, ਧਰਮ, ਦਾਨ, ਵਿਦਿਆ, ਭਜਨ, ਸੁਕਰਮ, ਹਠ, ਸੁੱਧ, ਬੁੱਧ, ਦਇਆ ਤੇ ਅਧਿਆਤਮਕਤਾ, ਨੇਮ, ਚਾਤਰਤਾ, ਇਹ ਜਿਹੜੀਆਂ ਇਹ ਕਲਾ ਨੇ, ਇਹ ਐਸੀਆਂ ਕਲਾ ਹੁੰਦੀਆਂ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਵੀ ਇਹ ਅਵਤਾਰ, ਇਹ 16 ਕਲਾ ਹੁੰਦੀਆਂ। ਗਿਆਨ, ਧਿਆਨ, ਪ੍ਰੇਮ, ਯਤ, ਸੰਜਮ, ਧਰਮ, ਸੋਦਾਨ, ਵਿਦਿਆ, ਭਜਨ, ਸੁਕਰਮ, ਹਠ, ਸੁੱਧ, ਬੁੱਧ, ਦਇਆ, ਸਮਾਨ, ਅਧਿਆਤਮ, ਨੇਮ, ਅਰ ਚਾਤਰਤਾ, 16 ਕਲਾ ਪਛਾਣ। ਇਹ ਛੱਤੀਸ ਗਿਆਨ ਦੇ ਵਿੱਚ ਲਿਖਿਆ ਹੋਇਆ ਹੈ ਤੇ ਗਿਆਨੀ ਜੀ ਨੇ। ਸੋ ਇਸ ਕਰਕੇ ਤੇ ਇਸ ਤਰ੍ਹਾਂ ਜਿਹੜੀਆਂ ਵਿਸ਼ੇਸ਼ਤਾ ਉਹਦੇ ਵਿੱਚ ਇਹ ਕਸਵੱਟੀਆਂ ਹੁੰਦੀਆਂ ਅਵਤਾਰ ਦੀਆਂ, ਤੇ ਅਵਤਾਰ ਦੇ ਵਿੱਚ ਇਹ ਵਿਸ਼ੇਸ਼ਤਾ ਵਾਲੇ ਗੁਣ ਹੁੰਦੇ ਨੇ ਮਨੁੱਖ ਨਾਲੋਂ। ਹੁਣ ਅੱਗੇ ਅਵਤਾਰ ਨੂੰ ਪਰਖਣ ਵਾਸਤੇ ਕਸਵੱਟੀ ਜਿਹੜੀ ਹੈ ਉਹਨੂੰ ਵਿਦਵਾਨਾਂ ਨੇ 5 ਕਿਸਮ ਦੀ ਮੰਨੀ ਹੈ। ਸ਼ਕਤੀ ਪਹਿਲੀ ਕਸਵੱਟੀ ਹੈ, ਵਿਅਕਤੀ, ਸ਼ਕਤੀ, ਵਿਅਕਤੀ, ਪ੍ਰਗਿਆ, ਆਯੂ ਤੇ ਕਰਤੱਵਯ, ਇਹ 5 ਹੋ ਗਈਆਂ। ਇਹਦੇ 'ਚ ਆਪਾਂ ਪਹਿਲਾਂ ਲੈਣੇ ਸ਼ਕਤੀ। ਸ਼ਕਤੀ ਤੋਂ ਭਾਵ ਹੈ ਤਾਕਤ। 3 ਤਰ੍ਹਾਂ ਦੀ ਤਾਕਤ ਹੁੰਦੀ ਹੈ। ਜਿਸਮਾਨੀ ਸਰੀਰਕ ਤਾਕਤ ਹੈ, ਤੇ ਉਹ ਸਰੀਰਕ ਤਾਕਤ ਜਿਹੜੀ ਹੈ ਚੰਗੀ ਖੁਰਾਕ ਖਾਓ, ਕਸਰਤ ਕਰੋ, ਉਹਦੇ ਨਾਲ ਜਿਵੇਂ ਪ੍ਰਤੱਖ ਪਹਿਲਵਾਨਾਂ ਦੀ ਦੇਖੀ ਜਾਂਦੀ ਹੈ, ਇਹ ਸਰੀਰਕ ਤਾਕਤ ਹੈ। ਦਿਮਾਗੀ ਤਾਕਤ ਵਿਦਿਆ ਪੜ੍ਹਨ ਦੇ ਨਾਲ, ਗਿਆਨ ਹਾਸਲ ਕਰਨ ਦੇ ਨਾਲ ਵੱਧਦੀ ਹੈ। ਇਹ ਤਾਕਤ ਦੇ ਕਰਤੱਵ ਜਿਹੜੇ ਮਨੁੱਖ ਚੰਦਰਮਾ ਤੱਕ ਪਹੁੰਚਿਆ, ਤਾਰਾਂ ਤੱਕ ਪਹੁੰਚਿਆ। ਤੇ ਰੂਹਾਨੀਅਤ ਜਿਹੜੀ ਸ਼ਕਤੀ ਹੈ, ਪਹਿਲੀਆਂ 2 ਤਾਕਤਾਂ ਨਾਲ ਭਾਵੇਂ ਕੋਈ ਬਹੁਤੀ ਗੱਲ ਨਹੀਂ ਸੀ ਬਣਦੀ, ਪਰ ਇਹਨੂੰ ਸਿੱਧ ਕਰਨ ਵਾਸਤੇ ਆਪਾਂ ਨੂੰ ਕਹਿਣੀਆਂ ਪਈਆਂ। ਅਵਤਾਰੀ ਪੁਰਸ਼ਾਂ ਦਾ ਜ਼ਿਆਦਾ ਸੰਬੰਧ ਰੂਹਾਨੀਅਤ ਤਾਕਤ ਨਾਲ ਹੁੰਦਾ ਹੈ। ਤ੍ਰੇਤੇ ਯੁੱਗ 'ਚ ਰਾਮਚੰਦਰ ਜੀ ਬਚਪਨ ਦੇ ਵਿੱਚ ਆਪਣੀ ਮਾਤਾ ਕੁਸਲਿਆ ਨੂੰ, ਤੇ ਉਹ ਲਾੜ ਪਿਆਰ ਦੇ ਨਾਲ ਮਾਤਾ ਪਾਲ ਰਹੇ ਸੀ। ਇੱਕ ਦਿਨ ਕੀਰਤਨ ਪੂਜਾ ਚੱਲ ਰਹੀ ਸੀ ਦੇਵੀ ਦੇ ਮੰਦਰ 'ਚ, ਭਗਵਾਨ ਜੀ ਨੂੰ ਬਚਪਨ ਦੇ ਨਾਲ ਲੈ ਗਈ ਮਾਤਾ ਕੁਸਲਿਆ। ਤੇ ਉਹ ਜਦੋਂ ਮੰਦਰ ਦੇ ਵਿੱਚ ਤਾਂ ਮਾਤਾ ਕੁਸਲਿਆ ਦੇਵੀ ਦਾ ਪੂਜਨ ਕਰਨ ਲੱਗੀ, ਤਾਂ ਉਹ ਦੇਵੀ ਦੀ ਮੂਰਤੀ ਲੋਪ ਕਰਕੇ ਭਗਵਾਨ ਰਾਮ ਜੀ ਨੇ ਆਪਣਾ ਰੂਪ ਦਿਖਾਤਾ। ਇਸ ਪ੍ਰਕਾਰ ਰੂਹਾਨੀਅਤ ਸ਼ਕਤੀ ਸੀ ਨਾ। ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ ਮਾਤਾ ਜਸੋਦਾ ਨੂੰ ਜਦੋਂ ਗੋਪੀਆਂ ਨੇ ਬਹੁਤ ਸਾਰੇ ਗਵਾਲਣੇ ਮਿਹਣੇ ਮਾਰੇ ਬਈ ਦਸ਼ੋਦਾ ਦਾ ਲੱਲਾ ਜਿਹੜਾ ਮਿੱਟੀ ਖਾਂਦਾ, ਕਿਉਂ ਖਾਂਦਾ ਹੈ? ਕਹਿੰਦੇ ਦਸ਼ੋਦਾ ਮੱਖਣ ਨਹੀਂ ਦਿੰਦੀ, ਇਸ ਕਰਕੇ ਮੱਖਣ ਚੋਰ ਹੋ ਜਾਂਦਾ ਹੈ, ਦੂਸਰੇ ਘਰਾਂ 'ਚ ਆ ਕੇ ਮੱਖਣ ਖਾਂਦਾ, ਮਟਕੀਆਂ ਫੋੜਦਾ ਹੈ। ਮਾਤਾ ਨੂੰ ਬਹੁਤ ਗੁੱਸਾ ਆਇਆ, ਤੇ ਗੁੱਸਾ ਆਇਆ ਤੇ ਮਿੱਟੀ ਭਗਵਾਨ ਜੀ ਖਾ ਰਹੇ ਸੀ, ਜਿਹਦੇ ਮਾਤਾ ਸਹਿਣ ਨਾ ਕਰ ਸੀ ਲੋਕਾਂ ਦੇ ਸ਼ਰੀਕਾਂ ਦੇ ਮਿਹਣੇ, ਤੇ ਆ ਕੇ ਚਪੇੜ ਚੱਕ ਲਈ। ਕਹਿੰਦੀ ਤੇਰੇ ਮੂੰਹ ਦੇ 'ਚ ਕਹਿੰਦਾ ਕੀ ਆ ਤੇਰੇ ਮੂੰਹ 'ਚ? ਉਹ ਉਲਟ ਜੀ ਕਰਕੇ ਕਹੇ, ਹੁਣ ਮੂੰਹ ਤਾਂ ਖੁੱਲ੍ਹਦਾ ਨਹੀਂ ਸੀ, ਮਿੱਟੀ ਨਾਲ ਭਰਿਆ ਹੋਇਆ ਸੀ। ਉਹ ਕਹਿੰਦੇ ਮੂੰਹ ਖੋਲ, ਮਿੱਟੀ ਖਾਣਾ ਤੂੰ? ਸਿਰ ਮਾਰਿਆ ਵੀ ਨਹੀਂ, ਮਿੱਟੀ ਨਹੀਂ ਖਾਂਦਾ। ਚਲਾਕੀ ਕਰਦੇ ਸੀ, ਬਚਪਨ ਦੇ ਉਹ ਚੋਜ ਸੀ ਮਾਤਾ ਨੂੰ। ਤੇ ਮਾਤਾ ਨੇ ਉਸ ਵੇਲੇ ਫਿਰ ਵੱਟ ਕੇ ਮੂੰਹ ਦੇ ਉੱਤੇ ਚਪੇੜ ਮਾਰਿਆ, ਕਹਿੰਦੇ ਖੋਲ ਮੂੰਹ। ਬਸ ਉਹ ਮੂੰਹ ਖੋਲ੍ਹਣ ਦੀ ਦੇਰ ਸੀ, ਸਾਰਾ ਸੰਸਾਰ ਉਹਦੇ ਵਿੱਚੇ ਦਿਖਾਤਾ, ਮਾਤਾ ਬੇਹੋਸ਼ ਹੋ ਕੇ ਡਿੱਗ ਪਈ ਸੀ। ਤੋ ਕਹਿਣ ਤੋਂ ਮਤਲਬ ਇਹ ਹੈ ਵੀ ਇਹ ਜਿਹੜੀਆਂ ਸ਼ਕਤੀਆਂ ਨਾ, ਇਸ ਤਰ੍ਹਾਂ ਦੀਆਂ ਸ਼ਕਤੀਆਂ ਅਵਤਾਰਾਂ ਦੇ ਵਿੱਚ ਹੁੰਦੀਆਂ, ਇਹ ਰੂਹਾਨੀਅਤ ਸ਼ਕਤੀ ਕਹਿੰਦੇ ਨੇ। ਇਹ ਵੀ ਉਹ ਪਹਿਲੀ ਕਸਵੱਟੀ ਹੈ। ਹੁਣ ਆਪਾਂ ਇਹਦੇ ਨਾਲ ਵੀ ਜਿਵੇਂ ਰਾਮਚੰਦਰ ਜੀ ਨੇ ਤੇ ਭਗਵਾਨ ਕ੍ਰਿਸ਼ਨ ਜੀ ਨੇ, ਤੇ ਇਹ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਿਖਾਈਆਂ, ਮਾਤਾ ਦਸ਼ੋਦਾ ਮਿੱਟੀ ਦੇ ਬਹਾਨੇ ਦਿਖਾਤੀ। ਕੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਐਸੀ ਕੋਈ ਸ਼ਕਤੀ ਦਿਖਾਈ ਬਚਪਨ ਦੇ ਵਿੱਚ?
ਤਾਂ ਹੀ ਪਰਖਣਾ ਹੋਊਗੀ ਨਾ ਵੀ ਉਹਨਾਂ ਵਰਗੇ ਸੀ ਜਾਂ ਉਹਨਾਂ ਨੂੰ ਵਿਸ਼ੇਸ਼ਤਾ ਸੀ। ਤਾਂ ਉਹਦੇ ਸਾਧ ਸੰਗੀ ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੇ ਅੰਦਰ ਅਵਤਾਰ ਧਾਰਨ ਕੀਤਾ, ਰਾਏ ਭੋਜ ਦੀ ਤਲਵੰਡੀ ਪੂਰਨਮਾਸੀ ਕੱਤਕ ਦੀ ਸੀ, 1526 ਵਿਕਰਮੀ ਸੰਮਤ ਨਨਕਾਣਾ ਸਾਹਿਬ ਜੀ ਨੂੰ ਅੱਜ ਕੱਲ੍ਹ ਕਹਿੰਦੇ ਆ। ਕਹਿੰਦੇ ਬਚਪਨ ਦੇ ਵਿੱਚ ਚਮਤਕਾਰ ਤਾਂ ਬਹੁਤ ਹੋਏ, ਮੈਂ ਇੱਕ ਦੀ ਗੱਲ ਕਰਦਾ। ਸਤਿਗੁਰੂ ਪਲੰਘ ਦੇ ਉੱਤੇ ਬਿਰਾਜਮਾਨ ਸੀ, ਦੇਵਤੇ ਮਹਾਰਾਜ ਸਾਹਿਬ ਦਾ ਪੂਜਨ ਕਰਨ ਵਾਸਤੇ ਆ ਗਏ ਅਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਚੰਦਨ ਛਿੜਕਿਆ ਪਹਿਲਾਂ ਤਾਂ, ਫਿਰ ਫੁੱਲਾਂ ਦੀ ਵਰਖਾ ਕੀਤੀ, ਫਿਰ ਮਾਲਾ ਪਹਿਨਾਈ, ਫਿਰ ਸਤਿਗੁਰੂ ਮਹਾਰਾਜ ਸਾਹਿਬ ਦੇ ਗੁਣਗਾਨ ਕਰਦੇ ਬੇਨਤੀਆਂ ਕੀਤੀਆਂ ਕਰਦੇ ਨੇ ਕਿ ਹੇ ਸਤਿਗੁਰੂ, ਹੇ ਆਪ ਨਿਰੰਕਾਰ, ਤੁਸੀਂ ਸਰਗੁਣ ਸਰੂਪ ਦੁਨੀਆ ਦਾ ਉਧਾਰ ਕਰਨ ਵਾਸਤੇ ਆਏ ਹੋ, ਸਾਡਾ ਵੀ ਉਧਾਰ ਕਰਨਾ, ਅਸੀਂ ਵੀ ਦੇਵਤੇ ਤੁਹਾਡੇ ਆਸਰੇ ਹਾਂ। ਇਹ ਸਭ ਕੁਝ ਵਾਪਰ ਰਿਹਾ ਸੀ। ਮਾਤਾ ਤ੍ਰਿਪਤਾ ਦੀ ਉਸ ਵੇਲੇ ਜਾ ਖੁੱਲ੍ਹ ਗਈ ਅਤੇ ਮਾਤਾ ਤ੍ਰਿਪਤਾ ਦੇਖ ਕੇ ਵੀ ਮੇਰੇ ਪੁੱਤਰ ਦੇ ਦੁਆਲੇ ਕੌਣ ਹੋਏ ਸੀ ਇਹ, ਅਤੇ ਉਹ ਜਦੋਂ ਦੇਖਿਆ ਦੇਵਤੇ ਲੋਪ ਹੋ ਗਏ ਉਸੇ ਵੇਲੇ। ਅਤੇ ਮਾਤਾ ਜੀ ਬੜੇ ਹੈਰਾਨ ਹੋਏ ਵੀ ਇਹ ਕਿਸ ਤਰ੍ਹਾਂ ਦਾ ਕੀ ਹੋ ਰਿਹਾ ਹੈ, ਅਤੇ ਸਾਰੇ ਸਰੀਰ ਦੇ ਚੰਦਨ ਛਿੜਕਿਆ ਹੋਇਆ, ਅਤੇ ਮਾਤਾ ਤ੍ਰਿਪਤਾ ਉਸ ਵੇਲੇ ਦੇਖ ਕੇ ਹੈਰਾਨ ਹੋ ਰਹੀ ਹੈ। ਜਿਹੜਾ ਮਕਾਨ ਸੀ ਉਹਦੇ ਵਿੱਚ ਵੀ ਸਾਰੇ ਸੁਗੰਧੀ ਆ ਰਹੀ ਹੈ। ਸਾਰਾ ਕੁਝ ਦੇਖ ਕੇ ਮਾਤਾ ਨੂੰ ਸ਼ਰਧਾ ਹੋ ਆਈ, ਅਤੇ ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਨਾ ਮਾਂ ਦੇ ਉੱਤੇ ਮੋਹ ਦੀ ਕਨਾਤ ਤਾੜ ਦਿੱਤੀ। ਬੱਚਿਆਂ ਵਾਂਗੂ ਮਾਤਾ ਜੀ ਦੇ ਕੋਲੋਂ ਹਰਕਤ ਕਰਕੇ ਦੁੱਧ ਮੰਗਿਆ, ਅਤੇ ਮਨ ਮੋਹ ਦੇ ਵਿੱਚ ਪਰਦਾ ਪਾ ਦਿੱਤਾ। ਮਾਤਾ ਜੀ ਨੂੰ ਸਾਰਾ ਕੁਝ ਗਿਆਨ ਭੁਲਾ ਹੀ ਦਿੱਤਾ। ਇਹ ਸਤਿਗੁਰੂ ਰੂਹਾਨੀਅਤ ਤਕਤੀ ਹੈ, ਰੂਹਾਨੀਅਤ ਸ਼ਕਤੀ ਹੈ। ਅਤੇ ਇਸ ਕਰਕੇ ਸਤਿਗੁਰੂ ਮਹਾਰਾਜ ਦੀ ਵਿਸ਼ੇਸ਼ਤਾਈ ਇਸ ਤਰ੍ਹਾਂ ਦੀ ਹੈ। ਇਹ ਤਾਂ ਸੀ ਨਾ ਰੂਹਾਨੀ ਸ਼ਕਤੀ ਵਿਸ਼ੇਸ਼ਤਾਈ ਇਹਨਾਂ ਅਵਤਾਰਾਂ ਤੋਂ ਜ਼ਿਆਦਾ। ਜੇ ਹੁਣ ਸੂਖਮ ਰੂਪ ਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸੱਪ ਨੇ ਛਾਂ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਬਿਰਛ ਦੀ ਛਾਂ ਅਟੱਲ ਖੜੀ ਰਹਿਣੀ, ਖੇਤੀ ਡੰਗਰਾਂ ਦੀ ਖਾਧੀ ਹੋਈ ਹਰੀ ਭਰੀ ਹੋ ਜਾਣੀ, ਮੱਕਾ ਫੇਰ ਦੇਣਾ, ਮਦੀਨੇ 'ਚ ਮੁਹੰਮਦ ਸਾਹਿਬ ਦੀ ਕਬਰ ਨੇ ਝੋਕੇ ਸਲਾਮ ਕਰਨੀ, ਰੀਠਾ ਮਿੱਠਾ ਕਰ ਦੇਣਾ, ਪੱਥਰ ਦੇ 'ਚ ਪੰਜਾ ਲਾ ਦੇਣਾ। ਜਾਂ ਹੁਣ ਤੱਕ ਸਾਧ ਸਿੰਘ ਜੀ ਦਰਸ਼ਨ ਕਰਦੇ ਆ ਸਾਰੇ ਸ਼ਰਧਾਲੂ ਜਾ ਕਰਕੇ। ਸਮੁੰਦਰ ਦੇ ਉੱਤੇ ਧਰਤੀ ਵਾਂਗੂ ਤੁਰਨਾ, ਬਗਦਾਦ ਦੇ ਵਿੱਚ ਲੱਖਾਂ ਪਤਾਲ ਆਕਾਸ਼ ਦਿਖਾਉਣੇ, ਤਪਦੇ ਕੜਾਹੇ ਕੌਡੇ ਰਾਗਸ 'ਤੇ ਠਾਰ ਕੇ ਅਤੇ ਉਹਨੂੰ ਦੇਵਤਾ ਬਣਾ ਦੇਣਾ। ਇਹ ਅਲੌਕਿਕ ਕਰਨਾ ਭਰਿਆ ਹੀ ਪਿਆ ਇਤਿਹਾਸ। ਇਸ ਕਰਕੇ ਵਿਸ਼ੇਸ਼ ਦੀ ਗੱਲ ਹੈ ਕਿ ਸਤਿਗੁਰੂ ਜੀ ਆਪਣੀ ਰੂਹਾਨੀਅਤ ਤਾਕਤ ਜਿਹੜੀ ਹੈ ਨਾ, ਉਹ ਲੋਕਾਂ ਦੇ ਪਰਉਪਕਾਰ ਲਈ ਦਿਖਾਈ ਹੈ। ਆਪਣੀ ਪੂਜਾ ਵਾਸਤੇ ਨਹੀਂ ਦਿਖਾਈ, ਪ੍ਰਭਾਵਿਤ ਕਰਨ ਵਾਸਤੇ ਨਹੀਂ ਦਿਖਾਈ, ਆਪਣਾ ਮਾਣ ਪ੍ਰਾਪਤ ਕਰਨ ਵਾਸਤੇ ਨਹੀਂ ਦਿਖਾਈ। ਇਸ ਕਰਕੇ ਹੋਰਾਂ ਅਵਤਾਰਾਂ ਦੇ ਨਾਲੋਂ ਸ਼ਕਤੀ ਦੇ ਵਿੱਚ ਅਤੇ ਮਹਾਰਾਜ ਸਾਹਿਬ ਜੀ ਦੀ ਮਹਾਨਤਾ ਹੈ। ਸ਼ਕਤੀ ਦੀ ਗੱਲ ਸੀ, ਆਪ ਨਾਰਾਇਣ ਕਲਾ ਧਾਰ ਜਗ ਮੇਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੋ ਇਸ ਕਰਕੇ ਭਗਵਾਨ ਕ੍ਰਿਸ਼ਨ ਜੀ 16 ਕਲਾ ਸਨ, ਭਗਵਾਨ ਰਾਮ ਜੀ 14 ਕਲਾ ਪਿੱਛੇ ਦੱਸਿਆ, ਪਰ ਗੁਰੂ ਨਾਨਕ ਸਾਹਿਬ ਦੀਆਂ ਕਲਾ ਅਤੇ ਲਿਖਿਆ 16 ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕਰ ਚੜਿਆ। ਦੂਜੀ ਆ ਜਾਂਦੀ ਵਿਅਕਤੀ। ਵਿਅਕਤੀ ਦਾ ਅਰਥ ਹੈ ਸਰੂਪ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਰੀਰ ਹੈ, ਸਰੂਪ ਹੈ, ਜਿਹੜਾ ਬਾਕੀ ਦੇ ਅਵਤਾਰਾਂ ਨਾਲੋਂ ਵਿਸ਼ੇਸ਼ ਹੈ। ਜਿਵੇਂ ਸ਼ਕਤੀ ਦੇ ਵਿੱਚ ਵਿਸ਼ੇਸ਼ ਦੱਸਿਆ ਤੁਹਾਨੂੰ, ਸਰੂਪ 'ਚ ਵੀ ਵਿਸ਼ੇਸ਼ਤਾ ਹੈ। ਸ੍ਰੀ ਰਾਮ ਚੰਦਰ ਜੀ ਦਾ ਅਤੇ ਕ੍ਰਿਸ਼ਨ ਜੀ ਦੀ ਸਾਰੀ ਉਮਰ ਉਹਨਾਂ ਦੇ ਦਾੜੀ ਨਹੀਂ ਦਿਖਾਈ ਗਈ ਹੈ, ਦਾੜੀ ਨਹੀਂ ਆਈ, ਅਤੇ ਸਤਿਗੁਰੂ ਮਹਾਰਾਜ ਦੇ ਭਗਤਾਂ ਦੇ ਧਿਆਨ ਵਾਸਤੇ ਸੁੰਦਰ ਦਾੜਾ ਵੀ ਪ੍ਰਕਾਸ਼ ਰਿਹਾ। ਇਹ ਵਿਅਕਤੀ ਦੀ ਵਿਸ਼ੇਸ਼ਤਾ ਹੈ। ਅਤੇ ਜਦੋਂ ਸ੍ਰੀ ਰਾਮ ਚੰਦਰ ਜੀ ਵਿਆਹੁਣ ਵਾਸਤੇ ਸੀਤਾ ਨੂੰ, ਅਤੇ ਆਪ ਜੀ ਜਨਕਪੁਰੀ ਦੇ 'ਚ ਗਏ ਹੈ, ਅਤੇ ਉਸ ਵੇਲੇ ਰਾਜ ਕੰਨਿਆ ਭਗਵਾਨ ਜੀ ਦੇ ਸਰੂਪ ਨੂੰ ਦੇਖ ਕੇ ਮੋਹਿਤ ਹੋ ਗਈਆਂ। ਉਹਨਾਂ ਨੇ ਇੱਛਾ ਪ੍ਰਗਟਾਈ ਵੀ ਸੀਤਾ ਦੇ ਥਾਂ ਜੇ ਸਾਡਾ ਵੀ ਇਹੀ ਪਤੀ ਹੁੰਦਾ, ਇੱਛਾ ਜ਼ਾਹਰ ਕੀਤੀ। ਰਾਮ ਚੰਦਰ ਜੀ ਨੇ ਕਿਹਾ ਵੀ ਤੁਹਾਨੂੰ ਅਸੀਂ ਦੁਆਪਰ ਯੁੱਗ ਦੇ ਵਿੱਚ ਵਰਾਂਗੇ। ਦੁਆਪਰ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਕ੍ਰਿਸ਼ਨ ਰੂਪ ਧਾਰਨ ਕਰਕੇ ਉਹ ਰਾਜਕੁਆਰੀਆਂ ਗੋਪੀਆਂ ਬਣੀਆਂ। ਭਗਵਾਨ ਜੀ ਨੇ ਉਹਨਾਂ ਦੇ ਨਾਲ ਵਿਆਹ ਕਰਵਾਇਆ। ਰਾਮ ਚੰਦਰ ਨੇ ਸੁੰਦਰ ਸਰੂਪ ਨੂੰ ਵੇਖ ਕੇ ਰਾਜ ਕੰਨਿਆ ਜਿਹੜੀਆਂ ਸੀ, ਉਹ ਮਨ ਦੇ ਵਿੱਚ ਉਹਨਾਂ ਦੇ ਵਾਸ਼ਨਾ ਫੁਰੀ ਸੀ, ਕਾਮ ਵਾਸ਼ਨਾ। ਰਾਮ ਚੰਦਰ ਜੀ ਉਹਨਾਂ ਨੇ ਕਾਮ ਵਾਸ਼ਨਾ ਨੂੰ ਨਹੀਂ ਮਾਰਿਆ, ਅਤੇ ਉਹਨਾਂ ਨੂੰ ਦੁਆਪਰ ਦੇ ਵਿੱਚ ਵਰਨ ਦੀ ਗੱਲ ਕਹਿ ਕੇ ਵੀ ਉਦੋਂ ਤੁਹਾਡੀ ਵਾਸ਼ਨਾ ਪੂਰੀ ਕਰਾਂਗੇ। ਪਰ ਹੁਣ ਇਸ ਗੱਲ ਦੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਕਿ ਜਦੋਂ ਸ਼ਿਵਨਾਭ ਰਾਜੇ ਦੇ ਕੋਲ ਮਹਾਰਾਜ ਗਏ ਹੈ, ਪਖੰਡੀ ਨਾਨਕ ਬਣ ਕੇ ਜਾਂਦੇ ਸੀ, ਰਾਜਾ ਅੱਕ ਗਿਆ ਸੀ, ਆਪ ਨਹੀਂ ਸੀ ਮਿਲਦਾ। ਉਹਨੇ ਫਿਰ ਪਰਖਣਾ ਦੇ ਲਈ 16 ਵਰ੍ਹਿਆਂ ਦੀਆਂ ਨਾਇਕਾਂ ਰੱਖੀਆਂ ਹੋਈਆਂ ਸੀ। ਉਹ ਜਾ ਕੇ ਮੋਹਿਤ ਕਰਦੀਆਂ ਆ ਕੇ ਦੱਸਦੇ ਵੀ ਇਹ ਤਾਂ ਸਾਡੇ 'ਤੇ ਮੋਹਿਤ ਹੋ ਗਿਆ, ਇਹ ਨਹੀਂ ਗੁਰੂ ਨਾਨਕ ਹੋ ਸਕਦਾ। ਉਹ ਫਿਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ, ਉਹਦਾ ਸੁੱਕਾ ਬਾਗ ਮਹਾਰਾਜ ਦੇ ਚਰਨ ਪੈਣ ਨਾਲ ਹਰਾ ਹੋਇਆ,
ਤੇ ਮਾਲੀ ਨੇ ਨੱਠ ਕੇ ਜਾ ਕੇ ਦੱਸਿਆ, ਰਾਜਨ ਵੀ ਹੁਣ ਤਾਂ ਅਸਲੀ ਗੁਰੂ ਨਾਨਕ ਹੀ ਲੱਗਦਾ ਆਇਆ ਹੋਇਆ, ਬਾਗ ਤੇਰਾ ਸੁੱਕਾ ਪਿਆ ਸੀ ਉਹ ਤਾਂ ਸਾਰਾ ਹਰਾ ਹੋ ਗਿਆ। ਉਹ ਕਹਿੰਦਾ ਨਹੀਂ, ਮੈਂ ਫਿਰ ਵੀ ਪਰਖਣਾ ਹੀ ਕਰੂੰਗਾ। ਪਰਖਣਾ ਵਾਸਤੇ ਭੇਜੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਸਮਾਧੀ ਦੇ ਨੇਤਰ ਬੰਦ ਸੀ। ਜਦੋਂ ਉਹਨਾਂ ਦੇ ਪੈਰਾਂ ਦੀਆਂ ਝਾਂਜਰਾਂ 'ਤੇ ਲੱਗੀਆਂ ਨਾਚ ਕਰਨ, ਭਾਈ ਬਾਲਾ ਮਰਦਾਨਾ ਵੀ ਸ਼ਰਮ ਦੇ ਮਾਰੇ ਨੇਤਰ ਨੀਵੀਂ ਕਰਕੇ ਬੈਠੇ ਨੇ। ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਜਦ ਨੇਤਰ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਨੂੰ ਕਹਿਣ ਲੱਗੇ, ਪੁੱਤਰੀਓ ਕਿਉਂ ਅਨਰਥ ਕਰਦੀਆਂ, ਬਾਪ ਦੇ ਸਾਹਮਣੇ ਵੀ ਕਦੇ ਧੀਆਂ ਨੱਚਦੀਆਂ ਹੁੰਦੀਆਂ ਨੇ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹਨਾਂ ਦੇ 'ਚੋਂ ਸਾਰੀ ਬਾਸ਼ਨਾ ਖਤਮ ਕਰ ਦਿੱਤੀ। ਬਚਨ ਆਉਂਦਾ, ਗਾਛੋ ਪੁੱਤਰੀ ਰਾਜ ਕੁਆਰ, ਨਾਮ ਪਣੋ ਸਚ ਦੋਤ ਸਵਾਰ, ਪ੍ਰਸਿਵੋ ਪ੍ਰਭ ਪ੍ਰੇਮ ਆਧਾਰ, ਗੁਰ ਸ਼ਬਦੀ ਬਿਖ ਤਿਆਸ ਨਿਵਾਰ। ਬਾਣੀ ਦੁਆਰਾ ਮਨ ਦੀ ਬਾਸ਼ਨਾ ਖਤਮ ਕਰ ਦਿੱਤੀ ਤੇ ਬ੍ਰਹਮ ਗਿਆਨ ਬਖਸ਼ਦਾ ਸੀ ਉਹਨਾਂ ਨੂੰ। ਵਾਅਦੇ ਤਾਂ ਕਰਨੇ ਇੱਕ ਪਾਸੇ ਰਹੇ, ਇਹ ਵਿਸ਼ੇਸ਼ਤਾ ਹੈ ਗੁਰੂ ਨਾਨਕ ਸਾਹਿਬ ਦੀ। ਹੁਣ ਅੱਗੇ ਪ੍ਰਗਿਆ। ਪ੍ਰਗਿਆ ਨਾਮ ਹੈ ਬੁੱਧੀ ਦਾ। ਬੁੱਧੀ ਦੀ ਪਰਖਣਾ ਵਿਦਿਆ ਤੋਂ ਹੁੰਦੀ ਹੈ। ਪਹਿਲੇ ਅਵਤਾਰੀ ਪੁਰਸ਼ ਆਪਣੇ ਗੁਰੂਆਂ ਦੇ ਕੋਲੋਂ ਵਿਦਿਆ ਪੜ੍ਹਦੇ ਰਹੇ। ਸ੍ਰੀ ਰਾਮਚੰਦਰ ਜੀ ਨੇ 64 ਦਿਨ ਵਸ਼ਿਸ਼ਟ ਜੀ ਦੇ ਕੋਲ ਵਿਦਿਆ ਪੜ੍ਹਦੇ ਰਹੇ। ਤਿੰਨੇ ਭਰਾ ਵੀ ਨਾਲ ਸੀ, ਗੁਰੂਕੁਲ ਵਿੱਚ ਪੜ੍ਹੇ, 64 ਦਿਨ ਪੜ੍ਹੇ। ਵਿਸ਼ਵਾਮਿੱਤਰ ਦੇ ਕੋਲੋਂ 8 ਦਿਨ ਸ਼ਸਤਰ ਵਿਦਿਆ ਸਿੱਖੀ ਅਤੇ ਵਰ ਪ੍ਰਾਪਤ ਕੀਤੇ। ਭਗਵਾਨ ਕ੍ਰਿਸ਼ਨ ਜੀ ਦੀ ਲਓ, ਉਹਨਾਂ ਨੇ ਦਰਬਾਸ਼ਾ ਰਿਸ਼ੀ ਦੇ ਕੋਲੋਂ 8 ਦਿਨ ਬ੍ਰਹਮ ਵਿਦਿਆ ਪੜ੍ਹੀ, 64 ਦਿਨ ਸੰਦੀਪਨ ਗੁਰੂ ਦੇ ਕੋਲੋਂ ਸ਼ਸਤਰ ਵਿਦਿਆ ਸਿੱਖੀ। ਸਦਾਮਾ ਨਾਲ ਹੁੰਦਾ ਸੀ। ਅਤੇ ਇਹ ਦੋਨਾਂ ਵੱਡੇ ਯੁੱਗ ਅਵਤਾਰਾਂ ਦੀ ਮੈਂ ਗੱਲ ਕਰਦਾ। ਅਤੇ ਇਸ ਕਰਕੇ ਫਿਰ ਅਤੇ ਜੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਹੁਣ ਪ੍ਰਗਿਆ ਦੀ ਬੁੱਧੀ ਦੀ ਪਰਖਣਾ ਕਰਦੇ ਹਾਂ ਉਹਨਾਂ ਅਵਤਾਰਾਂ ਦੇ ਬਰਾਬਰ, ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਮਹਿਤਾ ਕਲਿਆਣ ਚੰਦ ਜੀ ਪਾਧੇ ਦੇ ਕੋਲ ਲੈ ਕੇ ਗਏ, ਇਤਿਹਾਸ ਤਾਂ ਉੱਥੇ ਸੁਣ ਲਿਆ, ਬੜਾ ਟੂਕ ਮਾਤਰ ਹੈ। ਅਤੇ ਉਹ ਪੜ੍ਹਾਏ ਪੜ੍ਹਨ ਵਾਸਤੇ ਕਿਹਾ ਵੀ ਮਹਾਰਾਜ ਸਾਹਿਬ ਚੁੱਪ ਬੈਠੇ ਰਹੇ। ਪਾਧੇ ਨੇ ਪੜ੍ਹਨ ਵਾਸਤੇ ਸ਼ਬਦ ਉਚਾਰਨ ਕੀਤਾ। ਪਾਧੇ ਨੇ ਕਿਹਾ ਵੀ ਤੂੰ ਪੜ੍ਹਦਾ ਕਿਉਂ ਨਹੀਂ? ਤਾਂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਅਤੇ ਉਹਨੂੰ ਕਹਿਣ ਲੱਗੇ, ਪਾਧਾ ਜੀ ਤੂੰ ਜਿਹੜੀ ਵਿਦਿਆ ਮੈਨੂੰ ਪੜ੍ਹਾਉਣ ਲੱਗੇ ਹੈ, ਕੀ ਪੜ੍ਹਾਉਣਾ ਚਾਹੁੰਦਾ ਤੂੰ ਮੈਨੂੰ? ਪਾਧਾ ਕਹਿਣ ਲੱਗਿਆ, ਜਿਵੇਂ ਮੈਂ ਬੋਲੂੰਗਾ ਤੂੰ ਪਿੱਛੇ ਬੋਲ। ਅਤੇ ਮਹਾਰਾਜ ਕਹਿੰਦੇ, ਜੇ ਤੂੰ ਗਲਤ ਬੋਲੇਗਾ ਫਿਰ ਤਾਂ ਨਹੀਂ ਮੈਂ ਪਿੱਛੇ ਬੋਲਦਾ। ਉਹ ਕਹਿੰਦਾ, ਮੈਂ ਗੁੱਸਾ ਆ ਗਿਆ ਉਹਨੂੰ, ਕਹਿੰਦਾ ਮੈਂ ਅਧਿਆਪਕ ਹਾਂ, ਮੈਂ ਗਲਤ ਪੜ੍ਹਾਉਣਾ? ਅਤੇ ਕਹਿੰਦਾ ਵੀ ਕਲਿਆਣ ਚੰਦ ਦਾ ਵਰਖੜਦਾਰ ਪਟਵਾਰੀ ਦਾ ਪੁੱਤਰ ਹੈ, ਰਾਜ ਦਰਬਾਰ ਦੇ ਵਿੱਚ ਤੁਹਾਡੀ ਚੱਲਦੀ ਆ ਵੀ, ਇਸ ਕਰਕੇ ਤੇਰਾ ਸੁਭਾਅ। ਕਹਿੰਦਾ ਨਹੀਂ ਪਾਧਾ ਜੀ, ਮੈਂ ਤਾਂ ਹੱਥ ਜੋੜ ਲਏ ਮਹਾਰਾਜ ਨੇ। ਕਹਿੰਦੇ ਨਹੀਂ ਪਾਧਾ ਜੀ, ਮੈਂ ਕਹਿੰਦਾ ਵੀ ਜੇ ਗਲਤ ਪੜ੍ਹਾਓਗੇ। ਕਹਿੰਦਾ ਚੰਗਾ, ਮੈਂ ਗਲਤ ਨਹੀਂ ਪੜ੍ਹਾਉਂਦਾ। ਕਹਿੰਦੇ ਜੀ ਫਿਰ ਮੈਂ ਪੜ੍ਹੂੰ। ਕਹਿੰਦੇ ਮੈਂ ਕਹਿ ਓਮ ਨਮੋ ਸਾਰਦਾ, ਇਹ ਇਸ ਤਰ੍ਹਾਂ ਨੂੰ ਕਹਿ, ਓਮ ਨਮੋ ਸਾਰਦਾ ਸਵਸਤ। ਮਹਾਰਾਜ ਕਹਿੰਦੇ ਮੈਂ ਤਾਂ ਨਹੀਂ ਬੋਲਦਾ। ਇਹ ਕਿਉਂ? ਕਹਿੰਦੇ ਪਹਿਲਾਂ ਅਰਥ ਦੱਸ ਕੀ ਹੈ? ਕਹਿੰਦਾ ਅਰਥ ਹੈ ਵੀ ਜਿਹੜੀ ਵਿਦਿਆ ਦੀ ਦੇਵੀ ਹੈ ਉਹਦਾ ਨਾਮ ਸਰਸਵਤੀ ਹੈ, ਵੀ ਮੈਂ ਉਹਨੂੰ ਨਮਸਕਾਰ ਕਰਦਾ ਫਿਰ ਵਿਦਿਆ ਪੜ੍ਹਨੀ ਸ਼ੁਰੂ ਕਰਾਂਗਾ। ਮਹਾਰਾਜ ਕਹਿੰਦੇ, ਪਾਧਾ ਜੀ ਮੈਂ ਤਾਂ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਮੰਨਣ ਵਾਲਾ ਨਹੀਂ ਹੈ, ਤੂੰ ਮੈਨੂੰ ਦੇਵੀ ਦੇਵਤਿਆਂ ਨੂੰ ਮੱਥੇ ਟਿਕਾਉਣ ਲੱਗ ਗਿਆ, ਫਿਰ ਗਲਤ ਹੋ ਗਈ ਨਾ ਗੱਲ। ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਗਲਤ ਨਹੀਂ ਮੈਂ ਪੜ੍ਹਨਾ। ਮੈਂ ਤਾਂ ਆਪਣੇ ਸੰਗੀ ਬਾਲਕਾਂ ਨੂੰ ਵੀ ਨਾ, ਇਹਨਾਂ ਨੂੰ ਵੀ ਦੇਵੀ ਦੇਵਤਿਆਂ ਨੂੰ, ਜਿੰਨੇ ਮੈਂ ਤਾਂ ਸੰਸਾਰ ਦੇ ਵਿੱਚ ਨਿਰੰਕਾਰ ਦੀ ਪੂਜਾ ਕਰਾਉਣ ਵਾਸਤੇ ਆਇਆ। ਅਤੇ ਪਾਧੇ ਦੇ ਪੈਰਾਂ ਹੇਠ 'ਤੇ ਜ਼ਮੀਨ ਖਿਸਕ ਗਈ। ਕਹਿੰਦੇ ਤੂੰ ਇਹਨਾਂ ਅੱਖਰਾਂ ਦਾ ਗਿਆਨ ਵੀ ਜਾਣਦਾ ਹੈ, ਕਿਉਂ ਹੀ ਪੜ੍ਹਾਈ ਜਾਂਦਾ ਹੈ? ਕਹਿੰਦਾ ਅਰਥ ਤਾਂ ਮੈਨੂੰ ਆਉਂਦੇ ਨਹੀਂ। ਅਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇੱਕ ਤਾਂ ਆਹ ਸ਼ਬਦ ਉਚਾਰਨ ਕੀਤਾ, ਕਹਿੰਦੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਸਾਰਾ ਸ਼ਬਦ ਸ੍ਰੀ ਰਾਗ ਦੇ ਅੰਦਰ ਆਉਂਦਾ ਹੈ ਮਹਾਰਾਜ ਸਾਹਿਬ ਨੇ। ਅਤੇ ਉਸ ਵੇਲੇ ਫਿਰ ਪਾਧਾ ਸੀ ਜਿਹੜਾ, ਸੁਣ ਪਾਧਾ ਪਾਇਨ ਭਰਿਓ, ਹਾਂ ਅਬੋਧ ਮਦਮੰਤ, ਮੈਂ ਤਾਂ ਮੰਦੀ ਬੁੱਧੀ ਵਾਲਾ ਹਾਂ। ਅਤੇ ਕੁਰਸੀ ਛੱਡ ਦਿੱਤੀ, ਲੰਮਾ ਪੈ ਕੇ ਡੰਡੌਤ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ। ਅਤੇ ਪਾਧਾ ਜੀ ਜਿੰਨੇ ਚਾਟੜੇ ਪੜ੍ਹਨ ਵਾਲੇ ਉਹ ਵੀ ਸਾਰੇ ਹੈਰਾਨ ਹੋ ਗਏ। ਅਤੇ ਜਿਸ ਵੇਲੇ ਮਹਿਤਾ ਜੀ ਆਏ ਵੀ ਮੇਰੇ ਪੁੱਤਰ ਨੇ ਪੜ੍ਹਿਆ ਕੁਛ, ਉਸ ਵੇਲੇ ਕੀ ਕਿਹਾ ਸੀ? ਕਹਿੰਦਾ ਸੁਤ ਕੋ ਸੁਤ ਨਹਿ ਜਾਣਿਓ, ਹੈ ਕਿਹ ਕੋ ਅਵਤਾਰ। ਅਵਤਾਰ ਦੀ ਪਰਿਭਾਸ਼ਾ ਵਿੱਚ ਗੱਲਾਂ ਕਰਨੀਆਂ ਜ਼ਰੂਰੀ ਨਹੀਂ। ਬਿਨਾਂ ਪੜ੍ਹੇ ਹੀ ਪੜ੍ਹ ਰਹੇ ਹੋ ਸਭਨ ਪੜ੍ਹਾਵਨਹਾਰ। ਇਹ ਤਾਂ ਬਿਨਾਂ ਪੜ੍ਹੇ ਹੀ ਸਾਰਿਆਂ ਨੂੰ ਪੜ੍ਹਾਉਣ ਵਾਲੇ ਨੇ। ਅਤੇ ਅੱਗੇ ਕਿਹਾ ਸੀ, ਕਹਿੰਦੇ ਇਸ ਪੜ੍ਹਨੇ ਕੇ ਪਰੋ ਨਾ ਖਿਆਲੇ, ਹੇ ਮਹਿਤਾ ਜੀ ਇਹਦੇ ਪੜ੍ਹਾਉਣ ਦੇ ਖਿਆਲ 'ਚ ਨਾ ਪੈ ਤੂੰ। ਸਭ ਕਰਤਾ ਜੋ ਵਿਦਿਆ ਜਾਲੇ, ਸਾਰੀਆਂ ਵਿਦਿਆ ਤਾਂ ਇਹਨਾਂ ਤੋਂ ਜਨਮ ਲੈਂਦੀਆਂ ਨੇ। ਤੋ ਇਸ ਕਰਕੇ ਵੀ ਤੂੰ ਇਹ ਤਾਂ ਸੂਰਜ ਰੂਪ ਨੂੰ, ਸੂਰਜ ਨੂੰ ਦੀਵਾ ਦਿਖਾਏ ਤਾਂ ਉਹਦੀ ਮੂਰਖਤਾ ਹੀ ਹੁੰਦੀ ਹੈ।
ਤੇ ਫਿਰ ਮਹਾਰਾਜ ਸਾਹਿਬ ਜੀ ਨੂੰ ਮੌਲਵੀ ਦੇ ਕੋਲ ਫਾਰਸੀ ਪੜ੍ਹਨ ਵਾਸਤੇ ਮਹਿਤਾ ਜੀ ਲੈ ਗਏ ਸੀ। ਯਾ ਕਰਜ ਗੁਫਤਮ ਪੇਸ਼ ਦੋ ਦਰ ਗੋਸਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬਿਆਏ ਪਰਵਤਗਾਰ। ਦੋ ਉਸਤਾਦ ਰਾਮਚੰਦਰ ਜੀ ਦੇ, ਦੋ ਉਸਤਾਦ ਕ੍ਰਿਸ਼ਨ ਜੀ ਦੇ, ਪੇ ਦੋ ਹੀ ਟਕਰੇ ਉਸਤਾਦ ਪਾਧੇ ਜਿਹੜੇ ਸੀ, ਇੱਕ ਪਾਧਾ ਤੇ ਇੱਕ ਮੁਸਲਮਾਨ। ਮਹਾਰਾਜ ਨੇ ਦੋਨਾਂ ਨੂੰ ਪੜ੍ਹਾ ਦਿੱਤਾ। ਤੋ ਇਸ ਕਰਕੇ ਉਹਨਾਂ ਅਵਤਾਰਾਂ ਦੇ ਨਾਲੋਂ ਗੁਰੂ ਨਾਨਕ ਸਾਹਿਬ ਜੀ ਦੀ ਇਹ ਵਿਸ਼ੇਸ਼ਤਾ ਹੈ ਅਤੇ ਆਪਣੇ ਉਸਤਾਦਾਂ ਨੂੰ ਪੜ੍ਹਾ ਕੇ ਆਏ। ਹੁਣ ਚੌਥਾ ਹੈ ਕਰਤੱਵ। ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮਚੰਦਰ ਜੀ ਨੇ 10,000 ਸਾਲ ਦੀ ਉਮਰ ਅਤੇ ਉਸ ਵੇਲੇ ਹੁੰਦੀ ਸੀ। 10,000 ਸਾਲ ਤੋਂ ਵੀ ਉੱਪਰ ਲਿਖਿਆ ਗੁਰੂ ਗੋਬਿੰਦ ਸਿੰਘ ਨੇ, ਅਤੇ 10 ਸਾਲ ਕਹਿੰਦੇ ਉੱਪਰ ਬੀਤ ਗਏ, 10,000 ਅਤੇ ਉਸ ਕੁਛ ਸਾਲ ਉੱਪਰ ਲਿਖਿਆ ਉੱਥੇ ਦਸਮ ਗ੍ਰੰਥ 'ਚ। ਮੁੱਖ ਕਰਤੱਵ ਜਿਹੜੇ ਕੀਤੇ ਨੇ, ਆਪਣੇ ਪਿਤਾ ਦੀ ਆਗਿਆ ਮੰਨ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ਵੀ ਬਾਪ ਦੀ ਆਗਿਆ ਤੋਂ ਬਾਹਰ ਨਹੀਂ ਹੋਣਾ। 14 ਸਾਲ ਬਨਵਾਸ ਵਿੱਚ ਰਹੇ, ਸਮਾਂ ਬਤੀਤ ਕੀਤਾ। ਰਾਵਣ ਨੇ ਉਹਨਾਂ ਦੀ ਪਤਨੀ ਸੀਤਾ ਦਾ ਹਰਨ ਕਰ ਲਿਆ। ਰਾਮ ਜੀ ਨੇ ਰਾਵਣ ਨੂੰ ਯੁੱਧ ਕਰਕੇ ਅਤੇ ਫਿਰ ਉਹਨੂੰ ਮਾਰ ਕੇ ਆਪਣੀ ਪਤਨੀ ਵਾਪਸ ਲੈ ਕੇ ਆਂਦੀ, ਅਤੇ ਲੋਕਾਂ ਦੇ ਵਿੱਚ ਆਪਣੀ ਧਰਮ ਦੀ ਬਿਰਧੀ ਨੂੰ ਪੈਦਾ ਕੀਤਾ, ਅਤੇ ਰਾਵਣ ਨੂੰ ਯੁੱਧ ਦੇ ਵਿੱਚ ਮਾਰ ਦਿੱਤਾ ਅਤੇ ਉੱਥੇ ਭਵਿੱਖਣ ਨੂੰ ਰਾਵ ਦੇ ਦਿੱਤਾ। ਅਯੁੱਧਿਆ ਵਾਪਸ ਆਏ, ਆਪਣਾ ਪ੍ਰਾਣ ਨਿਭਾਉਣ ਵਾਲਾ ਜਿਹੜਾ ਪ੍ਰਣ ਕੀਤਾ ਸੀ ਵੀ ਮੇਰੇ ਹੁੰਦਿਆਂ ਕਿਸੇ ਮਾਤਾ ਪਿਤਾ ਦੇ ਅੱਗੇ ਪੁੱਤਰ ਨਹੀਂ ਮਰੇਗਾ। ਇੱਕ ਦੈਤ ਸੀ, ਉਹਦਾ ਨਾਮ ਸੀ ਸੰਬੂਕ। ਹੁਣ ਇਸੇ ਗੱਲ ਨੂੰ ਲੈ ਕੇ ਨਾ ਭਗਵਾਨ ਜੀ ਨਿੰਦਿਆ ਕਰਨ ਵਾਲੇ ਕਹਿੰਦੇ ਜੀ ਸ਼ੂਦਰ ਨੂੰ ਮਾਰਨ ਕਰਕੇ ਵੀ ਬ੍ਰਾਹਮਣ ਦਾ ਬੱਚਾ ਜਿਉਂਦਾ ਕੀਤਾ, ਸ਼ੂਦਰ ਨੂੰ ਮਾਰਿਆ। ਇਹ ਗੱਲ ਕਿਵੇਂ ਮੇਚ ਆਊਗੀ? ਜੇ ਸ਼ੂਦਰਾਂ ਨਾਲ ਨਫ਼ਰਤ ਹੈ ਤਾਂ ਭੀਲਣੀ ਦੇ ਜੂਠੇ ਬੇਰ ਕਿਉਂ ਖਾ ਲਏ? ਫਿਰ ਇਹ ਗੱਲ ਹੈ ਨਹੀਂ। ਉਹ ਦੈਤ ਸੀ, ਸ਼ਕਤੀ ਪ੍ਰਾਪਤ ਕਰਕੇ ਲੋਕਾਂ ਨੂੰ ਤੰਗ ਕਰਨ ਵਾਸਤੇ ਬ੍ਰਾਹਮਣ ਦਾ ਲੜਕਾ ਜਿਉਂਦਾ ਕੀਤਾ ਅਤੇ ਉਸ ਨੂੰ ਸੰਬੂਕ ਨਾਮੇ ਦੈਤ ਨੂੰ ਮਾਰ ਦਿੱਤਾ, ਸਿਰ ਵੱਢਿਆ ਉਹਦਾ। ਅਤੇ ਉਸ ਤੋਂ ਬਾਅਦ ਫਿਰ ਆਪਣੀ ਰਾਜਧਾਨੀ ਦੇ ਤੋਂ ਬਾਹਰ ਸਾਰ ਸਿੰਘ ਜੀ ਅਤੇ ਪੁੱਤਰਾਂ ਨੂੰ ਰਾਜਧਾਨੀ ਸੌਂਪਣੀ, ਪੁੱਤਰਾਂ ਦੇ ਨਾਲ ਜੰਗ ਕਰਨਾ। ਔਰ ਫਿਰ ਰਾਮਚੰਦਰ ਦੇ ਜੀਵਨ 'ਚ ਇਹ ਵੀ ਗੱਲ ਆਉਂਦੀ ਹੈ ਵੀ ਧੋਬੀ ਦੇ ਕਹਿਣ ਤੋਂ ਸੀਤਾ ਨੂੰ ਉਹਦੇ 'ਤੇ ਵੀ ਲੋਕਾਂ ਦਾ ਅਪਮਾਨ ਨਹੀਂ ਮੈਂ ਸਹਿਣ ਕਰ ਸਕਦਾ, ਛੱਡ ਦਿੱਤਾ। ਉਹ ਜੰਗਲ ਦੇ ਵਿੱਚ ਲਹੂ ਕੁਸ਼ ਨੂੰ ਜਨਮ ਦਿੱਤਾ। ਫਿਰ ਪੁੱਤਰਾਂ ਦੇ ਨਾਲ ਇਹ ਜੰਗ ਹੋਇਆ। ਇਹ ਸਾਰੇ ਕਰਤੱਵ ਨੇ ਜਿਹੜੇ ਰਮਾਇਣ ਦੇ 'ਚ ਲਿਖੇ ਹੋਏ ਨੇ। ਇਹ ਠੀਕ ਹੈ ਵੀ ਲੋਕਾਂ ਨੂੰ ਸਿੱਖਿਆ ਦਿੱਤੀ, ਪਰ ਮੋਟੇ ਮੋਟੇ ਕਰਤੱਵ ਇਹ ਨੇ। ਫਿਰ ਆ ਜੋ ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ ਦਾ, ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ ਉਹਨਾਂ ਨੇ ਅਤੇ ਆਪਣੇ ਮਾਮੇ ਕੰਸ ਨੂੰ ਮਾਰਿਆ ਅਤੇ ਉਗਰਸੈਨ ਨਾਨੇ ਨੂੰ ਰਾਜ ਦਿੱਤਾ। ਜੰਗ ਦੇ ਵਿੱਚ ਕਈ ਥਾਂ 'ਤੇ ਉਹਨਾਂ ਦੇ ਦੌੜਨ ਦੀ ਕਹਾਣੀ ਵੀ ਹੈ, ਕਿਉਂਕਿ ਉਹ ਦੈਤ ਦਾ ਭਲਾ ਨਹੀਂ ਸੀ ਕਰਨਾ ਚਾਹੁੰਦੇ। ਅਤੇ ਭੂਮਾਸੁਰ ਦੈਤ ਨੂੰ ਮਾਰ ਕੇ 16,000 ਲੜਕੀਆਂ ਰਾਜਿਆਂ ਦੀਆਂ, ਉਹ ਕਹਿੰਦਾ ਸੀ 20,000 ਹੋਏ ਤੋਂ ਵਿਆਹ ਕਰਾਉਂ ਸਾਰਿਆਂ ਨਾਲ, ਉਹ ਛਡਾਈਆਂ। ਉਹ ਸਾਰਿਆਂ ਦੇ ਨਾਲ ਵਿਆਹ ਕੀਤਾ ਅਤੇ ਇਸ ਕਰਕੇ ਉਹ ਬਚਨ ਪੂਰਾ ਕੀਤਾ ਜਿਹੜਾ ਰਾਮਚੰਦਰ ਭਗਵਾਨ ਜੀ ਦੇ ਵੇਲੇ ਸੀ। ਅਤੇ ਇਸ ਕਰਕੇ ਹੁਣ ਦੂਸਰੇ ਪਾਸੇ ਲਓ ਗੁਰੂ ਨਾਨਕ ਸਾਹਿਬ ਜੀ, 70 ਸਾਲ ਵੀ ਪੂਰੇ ਨਹੀਂ ਬਣਦੇ, 70 ਸਾਲ ਤੋਂ ਘੱਟ ਬਣਦੇ ਹੈ। ਪੂਰੇ ਦਿਨਾਂ ਮਹੀਨਿਆਂ ਦੇ ਆਪਾਂ ਪਾਧਿਆਂ ਵਾਲੀ ਗਿਣਤੀ ਨਾ ਕਰੀਏ। ਅਤੇ ਇੰਨੀ ਕੁ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ, ਅਤੇ ਪਹਿਲਾਂ ਤਾਂ ਬਚਪਨ ਜਿਹੜਾ ਤਲਵੰਡੀ ਦੇ ਅੰਦਰ ਗੁਜ਼ਾਰਿਆ, ਉੱਥੇ ਵੀ ਬਹੁਤ ਕਰਤੱਵ ਹੋਏ। ਸੱਪ ਦੀ ਛਾਂ ਕਰਨੀ, ਪਾਧੇ ਨੂੰ ਸਿੱਖਿਆ ਦੇਣੀ, ਅਤੇ 28 ਵਰ੍ਹੇ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੰਸਾਰ ਦੇ ਭਲੇ ਵਾਸਤੇ ਅਗਲੇ ਕਰਤੱਵਾਂ 'ਤੇ ਚੱਲਣਗੇ। ਅਤੇ 14 ਸਾਲ 9 ਮਹੀਨੇ 13 ਦਿਨ ਸੁਲਤਾਨਪੁਰ ਆਪ ਜੀ ਰਹੇ ਹੈ। ਅਤੇ ਫਿਰ ਮਹਾਰਾਜ ਸਾਹਿਬ ਜੀ ਨੇ ਬਾਬੇ ਤਾਰੇ, ਚਾਰ ਚੱਕ, ਨੌਖੰਡ ਪ੍ਰਿਥਵੀ, ਸੱਚਾ ਢੋਆ। ਫਿਰ ਜਦੋਂ ਮੂਲ ਮੰਤਰ ਲੈ ਕੇ, ਜਿਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਬੇਈ ਨਦੀ ਦੇ ਵਿੱਚ ਪ੍ਰਗਟ ਹੋ ਕੇ ਅਤੇ ਫਿਰ ਬਖਸ਼ਾਂ ਲੈ ਕੇ ਅਕਾਲ ਪੁਰਖ ਤੋਂ ਸੰਸਾਰ ਨੂੰ ਚੜ੍ਹਿਆ, ਸੋਧਨ ਧਰਤ ਲੁਕਾਈ। ਅਤੇ ਇਸ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਪੁੱਤਰਾਂ ਦਾ ਮੋਹ ਕਰਨ ਦੇ ਥਾਂ 'ਤੇ ਅਤੇ ਅੰਤ ਸਮੇਂ ਗੁਰਤਾ ਗੱਦੀ ਆਪਣੇ ਸੇਵਕ ਭਾਈ ਲਹਿਣੇ ਨੂੰ ਦਿੱਤੀ। ਕੌਡੇ ਰਾਖਸ਼ ਵਰਗੇ ਨੂੰ, ਸੱਜਣ ਠੱਗਾਂ ਨੂੰ ਭਗਤ ਬਣਾਤਾ। ਕੌਰੂ ਬਾਦਸ਼ਾਹ ਬਾਬਰ ਵਰਗੇ ਜ਼ੁਲਮ ਕਰਨ ਵਾਲਿਆਂ ਨੂੰ, ਅਤੇ ਉਹਨਾਂ ਦਾ ਜ਼ੁਲਮ ਸੁਭਾਅ ਮਾਰਿਆ, ਉਹਨਾਂ ਨੂੰ ਨਹੀਂ ਮਾਰਿਆ। ਅਤੇ ਗਰੀਬਾਂ ਦੇ ਹਾਮੀ ਬਣਾਤਾ। ਚਾਰੇ ਵਰਨਾਂ ਦੇ, ਚਾਰੇ ਮਜ਼੍ਹਬਾਂ ਦੇ, ਹਰ ਵਰਗਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਸੱਚ ਦੇ ਮਾਰਗ 'ਤੇ ਸਾਂਝਾ ਉਪਦੇਸ਼ ਦਿੱਤਾ। ਤੋ ਇਸ ਕਰਕੇ ਇਹ ਕਰਤੱਵ ਮਹਾਰਾਜ ਸਾਹਿਬ ਦੇ ਦੂਜੇ ਅਵਤਾਰਾਂ ਨਾਲੋਂ ਬਹੁਤ ਜ਼ਿਆਦਾ ਅਦਭੁਤਾ ਵਿਸ਼ੇਸ਼ਤਾ ਹੈ। ਕਰਤੱਵ ਕੀਨਾ ਸਿੱਖੀ ਤੋਰੀ, ਜਨਮ ਜਨਮ ਕੀ ਲਿਵ ਬਿਸ਼ਰੀ ਜੋਰੀ। ਨਰਕ ਪੜਾਂਤੇ ਜੀਵ ਉਦਾਰੇ, ਮੁਕਤ ਕਰੇ ਦੇ ਨਾਮ ਦਾ ਤਾਰੇ। ਸਤ ਸੰਗਤ ਗੁਰਮੁਖ ਸੁਭ ਪੰਥਾ,
हृदय ज्ञान मुख भगति संथा, बर्तन बैराग किया हित लोगा, नाम सेत बांधियो निर्जोगा। ये ब्रह्म ਗਿਆਨੀ संत ਗਿਆਨੀ गुरबचन सिंह जी पिंडां वालियां दे बचन ने, गुरमुख प्रकाश। उन्होंने इस कर इस तो आगे आ जाओ आयु। श्री रामचंद्र की उम्र 10,000 साल की, कृष्ण की उम्र 1,000 साल की। लंबियां उम्रां दे होण दे बावजूद किन्ने क करतब कीते पिछे सुन लिया अपने। 70 वरियां तो घੱਟ उम्र दे विच महाराज साहब जी ने किन्ने करतब कीते है। उम्र 70 क वरियां दी, सफ़र किन्ना कीता दुनिया का, ज्ञान मार्ग कित्थे तक पिया। ते पहले अवतार अपने देश की सीमा तो बाहर नहीं गए। केवल रामचंद्र जी लंका दे विच गए सीता नूं लड़ाउण वास्ते, ते भगवान कृष्ण जी तो लंका विच भी नहीं गए। जदों श्री गुरु नानक देव जी महाराज ते कित्थे कित्थे गए? लंका, बर्मा, चीन, नेपाल, तिब्बत, भूटान, जापान, मिस्र, अरब, ईरान, अफगानिस्तान, तुर्कस्तान ते रशिया दे विच ते अफ्रीका दे विच भी हुण चिन्ह मिले है कि महाराज साहब जी उत्थे पहुँचे है। तो इस करके तां ही विद्वान ने कहा कि तारे गिने जात तेरे तारे ना गनात हैं। आसमान दे कोई तारे गण लवे, यह गुरु नानक साहब तैं जिन्हां नूं तार तार रहे हो ये नहीं गिने जा सकते। सब ते बड़ा सतगुरु नानक जिन कर राखी मेरी, कलयुग बाबे तारिया सतनाम पढ़ मंत्र सुनाया, कल तारन गुरु नानक आया। तो इस करके प्रमाणों द्वारा हुण गुरु नानक देव जी की पूर्णता संबंधी जिहड़ा है ना, ये प्रमाण हुंदे ने 3 प्रकार के, वैदिक प्रमाण, लौकिक प्रमाण ते स्वै प्रमाण। वैदिक प्रमाणां दे गुरु नानक साहब महाराज का वो वैदिक प्रमाण जिहड़े उहदे विच साध संगीत वेदां दे अंदर, सुरतियां दे अंदर जिहड़ा गुरु पद आया है वो सतगुरु महाराज का आवाज जाना। जिवें गोपाल तापनी उपनिषद है, सचरानंद रूप आया कृष्णा कलश कर्मणे, नमो वेदांत देव गोरे बेशुद्ध साखने, इस तरह दी सुरतियां ने। जां फिर गुरूर ब्रह्मा, गुरूर विष्णु, गुरूर देव महेश्वरा, गुरूर साक्षात पारमन तस्मई श्री गुरु वे नमः। तो इस करके इन्हां सुरतियां दे विच ते इन्हां तो अलावा महाराज साहब जी का वेद व्यास जी ने द्वापर के अंदर तो ये वार्ता जिहड़ी है असली भविखत पुराण दे विच लिखी हुई है। तो श्री गुरु नानक जी आगमन बारे भविखत पुराण के 28वें अध्याय में 33वें श्लोक तो 44वें श्लोक तक जिक्र है। ये 12 श्लोकों के विच स्वामी कारकेत जी ने पुछण ते बर्मा ने उत्तर दिता सी, वो सारी कथा जिहड़ी है वेद व्यास जी ने लिखी। तो ये फिर साफ ही लिखा, एवं वह धर्म विचर्यों विवेखती जदा कलु, तदा वह लोक रख्यार्थं मिलेशा नानासे चे पश्चिमे शुभं देशे बेदी वंशे च नानको। 12 श्लोक इस तरह। तो लौकिक प्रमाण उन्होंने कहते जथारथ भगते द्वारा जिहड़ा कोई उन्होंने लौकिक प्रमाण कहते, जिवें भाई गुरदास जथारथ भगते महान विद्वान, तो उन्होंने दे रसना द्वारा सुनी पुकार दातार प्रभ गुरु नानक जग माहे पठाया। जां फिर कल तारन गुरु नानक आया, सतगुरु नानक देव है परमेश्वर सोई, नारायण ने रूप धर नाथा नाथ सनाथ कराया। ये प्रमाण जथारा भगते द्वारा भट्टां दे सवैयां दे विच भी आप नारायण कला धर जग में परवरियो जोत रूप हराप गुरु नानक कहायो, ये आउंदे ने इत्यादि। ये सारियां जिहड़ियां प्रमाणां दे नाल हुण जन्म साखी अनुसार श्री गुरु नानक देव जी बेईमदी दे विच सचखंड पहुँचे। अकाल पुरख ने कहा सी, हे नानक मैं पारब्रह्म परमेश्वर ते तू गुर परमेश्वर, साढ़े तुहाडे च भेदभाव कोई नहीं। श्री गुरु नानक देव जी महाराज का तो इस तरह श्री गुरु नानक प्रकाश के भाई संतोख सिंह साहब ने एक अंकार धार निज रूपा प्रगटे सतगुरु रूप अनूपा। भाई संतोख सिंह जी भी जिहड़े उत्तम भगतियां दे विचों जथारथ भगते ने। स्वै प्रमाण, स्वै प्रमाण हुंदे ने जिहड़े अपने आप वल्लों होण। गुरबाणी दे विच सतगुरु महाराज साहब जी दी सब तो बड़ा सतगुरु नानक जिन कर राखी मेरी, गुर परमेश्वर एक है सब में रहा समाए, तो सतगुर परमेश्वर मेरा। तो इस करके इन्हां उपरोक्त सारे प्रमाण तो सिद्ध हो जाता भी गुरु नानक देव जी पूर्ण ते सुतंत्र अवतार न। धरती के उपर छाई हो अज्ञानता की धुंध नूं, झूठ कपट छल पखंड दे बदलों नूं दूर करके सूरज रूप होकर प्रगटे। गुरु नानक साहब सच्चे पातशाह संसार दे विच ऐसा रूप धारण किया गुरु नानक सरू का। पहले इस देश की जिहड़ी हालत इन्नी नाजुक हो चुकी सी, उस वेले दे ते पढ़ के हिरदे कंब जाते हैं। तो गुरु नानक साहब के आउण तो पहला इहदी हालत किहो जी वरत चुकी सी। कलकाती राजे कसाई किस तरह के हो चुके सी।
ਇਹ ਹਾਲਾਤ ਥੋੜ੍ਹੇ ਜਿਹੇ ਆਪਾਂ ਇੱਥੇ ਕਥਨ ਕਰਾਂਗੇ, ਤੇ ਕਿਉਂਕਿ ਬੜੇ ਜ਼ਰੂਰੀ। ਮਹਾਰਾਜ ਦੇ ਆਉਣ ਤੋਂ ਪਹਿਲਾਂ ਹਾਲਾਤ ਜਿਹੜੇ ਵਿਗੜੇ ਹੋਏ ਕਿੱਥੇ ਤੱਕ ਵਿਗੜੇ? 4 ਵਰਨ 4 ਮਜ਼੍ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਵਕੀਲੀ ਤਕੱਬਰੀ ਖਿੰਚੋ ਧਾਨ ਕਰੇਨ ਤੀ ਘਾਣੇ। ਸੱਚ ਕਿਨਾਰੇ ਰਹਿ ਗਿਆ, ਖੈ ਖੈ ਮਰਦੇ ਬ੍ਰਾਹਮਣ ਮੌਲਾਉਣੇ, ਖੈ ਮਰਦੇ ਬ੍ਰਾਹਮਣ ਬੁਲਾਉਣੇ, ਇਸ ਤਰ੍ਹਾਂ ਲਿਖਿਆ। ਅਤੇ ਮਜ਼ਹਬ ਦੇ ਝਗੜੇ ਮੁਸਲਮਾਨਾਂ ਦੇ ਵਿੱਚ ਦੂਜਿਆਂ 'ਚ ਬਹੁਵਾਟੀ ਜਗ ਚੱਲਿਆ। ਤਬ ਹੀ ਭਏ ਮੁਹੰਮਦ ਯਾਰਾ, ਕੌਮ 72 ਸੰਗ ਕਰ, ਬਹੁ ਬਿਦ ਬੈਰ ਵਿਰੋਧ ਵਿਸਾਰਾ। ਰੋਜੇ ਈਦ ਨਿਵਾਜ ਕਰ, ਕਰਮੀ ਬੰਦ ਕੀਆ ਸੰਸਾਰਾ। ਪੀਰ ਪੈਗੰਬਰ ਔਲੀਏ, ਗੌਸ ਕੁਤਬ ਬਹੁ ਭੇਖ ਸਵਾਰਾ। ਠਾਕਰ ਦੁਆਰੇ ਢਾਏ ਕੇ, ਤੇ ਠੌਰੀ ਮਾਸੀਤ ਉਸਾਰਾ। ਮਾਰਨ ਗਊ ਗਰੀਬ ਨੂੰ, ਧਰਤੀ ਉੱਪਰ ਪਾਪ ਵਿਥਾਰਾ। ਕਾਫਰ ਮੁਲਦ ਇਰਮਨੀ, ਰੂਮੀ ਜੰਗੀ ਦੁਸ਼ਮਨ ਭਾਰਾ। ਤੇ ਪਾਪੇ ਦਾ ਵਰਤਾਰਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਤੇ ਜਿਹੜੇ ਸੀ ਚੇਲੇ ਸਾਜ ਵਜਾਉਂਦੇ ਨੱਚਣ, ਗੁਰੂ ਆਤਵਿਦ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਸੀ ਘੜੀਤ ਨਾੜੇ ਜਾਈ। ਕਾਜੀ ਹੋਏ ਰਿਸ਼ਵਤ ਦੀ ਵੱਡੀ ਲੈ ਕੇ ਹੱਕ ਗਵਾਈ। ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਨ ਬੈਠੇ ਸੁੱਤੇ। ਚਾਕਰ ਨਿੰਦਾ ਪਾਜਨ ਘਾਓ, ਰਾਤ ਪਿਤ ਕੁੱਤੇ ਹੋ ਚੜ ਜਾਓ। ਤੋ ਇਸ ਕਰਕੇ ਰਾਜੇ ਪਾਪ ਕਮਾਉਂਦੇ, ਉਲਟੀ ਬਾੜ ਖੇਤ ਕੋ ਖਾਈ। ਅਤੇ ਭਾਰਤ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਾ ਥੋੜ੍ਹਾ ਜਿਹਾ ਵੀ ਕਿਤੇ ਧਿਆਨ ਦੇ ਨਾਲ ਕਿਤੇ ਉਸ ਵੇਲੇ ਦੀ ਹਾਲਤ ਨੂੰ ਦੇਖਿਆ ਜਾਵੇ ਤਾਂ ਦਿਲ ਕੰਬਾ ਦਿੰਦਾ ਵੀ ਉਸ ਵੇਲੇ ਹਾਕਮ, ਰਜਵਾੜੇ, ਬਾਦਸ਼ਾਹ ਕਿੱਡੇ ਕਿੱਡੇ ਜ਼ੁਲਮ ਕਰਨ ਵਾਲੇ ਹੋਏ। ਗਜਨੀ ਤੋਂ ਉੱਤਰ ਵੱਲ ਨੂੰ ਇੱਕ ਜਗ੍ਹਾ ਹੈ, ਉਹਦਾ ਨਾਮ ਹੈ ਗੌਰ। ਇੱਥੋਂ ਦੇ ਪੈਦਾ ਹੋਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਮੁਹੰਮਦ ਗੌਰੀ, ਸੋਹਬਕਦੀਨ, ਮੁਹੰਮਦ ਗੌਰੀ ਆਦਿ ਇਹਨਾਂ ਦੇ ਨਾਵਾਂ ਦੇ ਨਾਲ ਭਾਰਤ ਦੇ ਉੱਤੇ 11 ਹਮਲੇ ਕੀਤੇ। ਪਹਿਲਾ ਹਮਲਾ ਜਿਹੜਾ ਕੀਤਾ ਉਸ ਨੇ 1175 ਈਸਵੀ ਵਿੱਚ ਕੀਤਾ। ਇਹ ਮੁਲਤਾਨ ਫਤਿਹ ਕੀਤਾ। ਅਤੇ ਫਿਰ 1186 ਦੇ ਵਿੱਚ ਇਹ ਪੰਜਾਬ ਫਤਿਹ ਕਰਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਨੇ। ਭਾਰਤ ਵਿੱਚ ਮੁਸਲਮਾਨਾਂ ਦਾ ਰਾਜ ਜੜ੍ਹਾਂ ਪੱਕੀਆਂ ਕਰਨ ਵਾਸਤੇ ਮੁਹੰਮਦ ਗੌਰੀ ਨੇ 1191 ਈਸਵੀ ਵਿੱਚ ਦਿੱਲੀ ਵੱਲ ਵਧਿਆ। ਕਰਨਾਲ ਦੇ ਨੇੜੇ ਪ੍ਰਿਥਵੀ ਰਾਜ ਚੌਹਾਨ ਹੋਇਆ, ਉਹਦੇ ਕੋਲ ਹਾਰ ਗਿਆ ਸੀ ਇਹ। ਅਗਲੇ ਸਾਲ 1192 'ਚ ਫੇਰ ਆ ਗਿਆ। ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਹਿੰਦ ਦਾ ਬਾਦਸ਼ਾਹ ਬਣਿਆ। ਹਿੰਦੂਆਂ ਉੱਤੇ ਆਪਣੀ ਮਨਮਰਜ਼ੀ ਦੇ ਜ਼ੁਲਮ ਇਸ ਨੇ ਕੀਤੇ। ਤਵਾਰੀਖ ਦੇ ਅਨੁਸਾਰ ਮਹਿਮੂਦ ਗਜ਼ਨੀ ਨੇ ਭਾਰਤ ਉੱਤੇ 17 ਹਮਲੇ ਕੀਤੇ, ਮੰਦਰ ਤੋੜੇ, ਮੂਰਤੀਆਂ ਤੋੜੀਆਂ, ਮਸਜਿਦਾਂ ਦੇ ਅਸਥਾਨ ਜਿਹੜੇ ਸੀ ਉਹ ਪੱਕੇ ਬਣਾਏ। ਉਹ ਜਿਹੜੇ ਮੂਰਤੀਆਂ ਸੀ ਨਾ ਉਹਨਾਂ ਨੂੰ ਪਾਏਦਾਨ ਬਣਾਇਆ, ਜਿੱਥੇ ਨੂੰ ਮਸਜਿਦ ਦੇ ਵਿੱਚ ਮੁਸਲਮਾਨ ਲੰਘਣ, ਜੁੱਤੀਆਂ ਲਾਉਣ ਜਿੱਥੇ। ਸੋਮਨਾਥ ਦੇ ਮੰਦਰ ਨੂੰ ਤੋੜਿਆ, ਲੁੱਟਿਆ। ਅੱਜ ਵੀ ਨਵੇਂ ਬਣੇ ਹੋਏ ਸੋਮਨਾਥ ਮੰਦਰ ਦੇ ਪਿਛਲੇ ਪਾਸੇ ਸਮੁੰਦਰ ਦੇ ਕੰਢੇ ਉੱਤੇ ਖੰਡਾਤ ਅੱਜ ਵੀ ਹੇਠਾਂ ਹਿੱਸਾ ਦੇਖਿਆ ਜਾ ਸਕਦਾ ਹੈ। ਲੱਖਾਂ ਔਰਤਾਂ ਮਰਦਾਂ ਨੂੰ ਕਤਲ ਕੀਤਾ। ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਗਜਨੀ ਲਿਜਾ ਕੇ 2-2 ਦਿਨਾਰ ਨੂੰ ਵੇਚਿਆ। ਦਿਨਾਰ ਉਸ ਸਮੇਂ 25 ਪੈਸੇ ਦੇ ਹੁੰਦੇ ਸੀ, ਅਤੇ ਉਸ ਤੋਂ ਲੈ ਕੇ ਵੀ 60 ਪੈਸਿਆਂ ਤੱਕ ਵੀ ਹੋਈ। ਮਥੁਰਾ ਨੂੰ 20 ਦਿਨਾਂ ਤੱਕ ਲੁੱਟਦਾ ਰਿਹਾ। ਮੰਦਰ ਤੋੜੇ, ਮਸੀਤਾਂ ਬਣਾਈਆਂ। ਅਖੀਰ ਮਥੁਰਾ ਦੇ ਰਾਜੇ ਨੇ ਦੁਖੀ ਹੋ ਕੇ, ਜਿਹੜਾ ਉੱਥੇ ਦਾ ਧਰਮੀ ਰਾਜਾ ਸੀ, ਆਪਣੀ ਸਾਰੀ ਔਲਾਦ ਨੂੰ ਅਤੇ ਆਪਣੇ ਹੱਥੀਂ ਕਤਲ ਕਰਕੇ ਫਿਰ ਖੁਦਕੁਸ਼ੀ ਕਰਕੇ ਮਰ ਗਿਆ। ਇਹ ਅਪਮਾਨ ਨਹੀਂ ਸਹਿਣ ਕਰ ਸਕਿਆ। ਇਹ ਰਾਜਿਆਂ ਦੀ ਹਾਲਤ ਸੀ ਉਸ ਵੇਲੇ। ਐਵੇਂ ਥੋੜ੍ਹੀ ਗੁਰੂ ਨਾਨਕ ਸਾਹਿਬ ਆ ਗਏ। ਅਤੇ ਕੁਤਬਦੀਨ ਐਬਕ ਹੋਇਆ। ਮੇਰਠ ਦੇ ਅੰਦਰ ਮੰਦਰ ਤੋੜੇ, ਮਸਜਿਦਾਂ ਬਣਾਈਆਂ। ਇਕੱਲੇ ਕਲੰਜਰ ਸ਼ਹਿਰ ਦੇ ਵਿੱਚ 113 ਮੰਦਰ ਤੋੜੇ। ਇਹ ਹਮਲੇ ਦੇ ਵਿੱਚ ਇਹਨੇ 31,000 ਹਿੰਦੂ ਕਤਲ ਕੀਤੇ। ਅਤੇ ਇਸ ਤਰ੍ਹਾਂ ਤਵਾਰੀਖਾਂ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਤਵਾਰੀਖਾਂ ਦੇ ਵਿੱਚ ਬਹੁਤ ਕੁਛ ਐਸਾ ਦਰਜ ਹੈ। ਅਤੇ ਉਸ ਨੇ ਕੁਤਬਦੀਨ ਐਬਕ ਨੇ 1 ਲੱਖ ਦੇ ਕਰੀਬ ਬ੍ਰਾਹਮਣ ਕਤਲ ਕੀਤੇ, ਅਤੇ ਹੋਰ ਦੂਜੇ ਹਿੰਦੂਆਂ ਦੀ ਗਿਣਤੀ ਦਾ ਛੱਡ ਹੀ ਦਿਓ ਵੀ ਕਿੰਨੀ ਕੁ ਹੋ ਸਕਦੀ ਹੈ। ਗਿਆਸਦੀਨ ਨੇ ਰਾਣਾ ਮਲ ਭੱਟੀ ਦੀ ਧੀ ਨੂੰ ਚੁੱਕ ਕੇ ਉਹਦੇ ਨਾਲ ਜਬਰੀ ਨਿਕਾਹ ਕੀਤਾ। ਇਹਨਾਂ ਦੀ ਕੁੱਖ ਤੋਂ ਫਿਰੋਜ਼ ਸ਼ਾਹ ਤੁਗਲਕ ਪੈਦਾ ਹੋਇਆ। ਉਸ ਦੇ ਕਹਿਰ ਤੋਂ ਡਰਦਿਆਂ ਜੈਸਲਮੇਰ ਦੇ ਵਿੱਚ 8,000 ਅਤੇ ਬਠਿੰਡੇ ਦੇ ਪਿੰਡੇ ਦੇ ਵਿੱਚ 24,000 ਹਿੰਦੂ। ਅਤੇ ਆਪਣੀ ਪੱਤ ਬਚਾਉਣ ਲਈ ਉਹਨਾਂ ਨੂੰ ਨਾ ਆਪਣੀ ਪੱਤ ਬਚਾਉਣ ਵਾਸਤੇ ਜਿਉਂਦਿਆਂ ਨੂੰ ਸੜ ਕੇ ਸਵਾਹ ਹੋਣਾ ਮਤਲਬ ਪਿਆ ਹੈ। ਐਸੇ ਜ਼ੁਲਮ ਹੋਏ। ਅਤੇ ਇਸ ਬਹੁਤ ਸਾਰੇ ਹੋਰ ਵੀ ਐਸੇ ਨੇ। ਉਹਨਾਂ ਦੀਆਂ ਤਵਾਰੀਖਾਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਕਤਲਗਾਹਾਂ ਬਣਾਈਆਂ, ਹਿੰਦੂ ਕਤਲ ਕੀਤੇ, ਖੂਨ ਦੀ ਨਹਿਰ ਵਗ ਤੁਰੀ। ਅਤੇ 20,000 ਸੁੰਦਰੀਆਂ। ਅਤੇ ਇਹ ਐਸਾ ਵੀ ਇਹ ਬਾਦਸ਼ਾਹ ਇਹਨਾਂ ਦਾ ਜ਼ੁਲਮੀ ਹੋਇਆ। 20,000 ਸੁੰਦਰੀਆਂ ਅਨੇਕਾਂ ਲੜਕੀਆਂ ਗੁਲਾਮ ਬਣਾ ਕੇ ਲੈ ਗਿਆ ਸੀ। ਇੰਨਾ ਜ਼ੁਲਮ ਕੀਤਾ ਕਿ ਬਗਵਾਦ ਦੇਸ਼ ਤੋਂ ਡਰ ਕੇ ਸ਼ੱਕ ਮੂਜਬ
ਸ਼ੱਕ ਹੋਣ ਦੇ ਕਾਰਨ ਉਹਨੇ ਆਪਣੇ ਸਕੇ ਭਰਾ ਅਤੇ ਭਾਣਜੀ ਦਾ ਮਾਸ ਵੀ ਜਿਹੜਾ ਸੀ ਨਾ ਉਹ ਵੀ ਭੁੰਨ ਕੇ ਉਹ ਬੱਚਿਆਂ ਨੂੰ ਖਵਾ ਦਿੱਤਾ ਸੀ। ਜਿਹੜਾ ਆਪਣੇ ਖੂਨ ਦਾ ਐਸਾ ਨਿਰਦਈ ਹੋ ਸਕਦਾ ਹੈ, ਹਿੰਦੂ ਵਿਚਾਰੇ ਉਹਦੇ ਕੀ ਲੱਗਦੇ ਸੀ। ਇਸ ਕਰਕੇ ਹੁਕਮ ਦਿੱਤਾ ਹਿੰਦੂ ਕਾਫਰਨ ਜਿਹੜੇ ਇਹਨਾਂ ਦੀ ਚੱਲ ਅਚਲ ਜਾਇਦਾਦ ਦੇ ਅਸੀਂ ਮਾਲਕ ਹਾਂ। ਹਿੰਦੂਆਂ ਨੂੰ ਕੋਈ ਚੰਗਾ ਕੱਪੜਾ ਨਹੀਂ ਪਹਿਨਣ ਦੇਣਾ, 6 ਮਹੀਨੇ ਤੋਂ ਵੱਧ ਅੰਨ ਇਦੋਂ ਵੱਧ ਨਹੀਂ ਰੱਖਣ ਦੇਣ ਦੀ ਆਗਿਆ। ਅਮੀਰ ਖੁਸਰੋ ਦੀ ਤਾਰੀਖ ਅਨੁਸਾਰ ਦੌਲਤਮੰਦ ਹਿੰਦੂਆਂ ਉੱਤੇ ਨਾ ਉਹਨਾਂ ਦੀਆਂ ਜਿਹੜੀਆਂ ਕੁੱਤੇ ਬਿੱਲੀਆਂ ਸੀ ਉਹਨਾਂ ਨੂੰ ਵੀ ਘੋੜਿਆਂ ਦੀਆਂ ਪੂੰਛਾਂ ਨਾਲ ਬੰਨ੍ਹ ਕੇ ਮਰਵਾ ਦਿੱਤਾ ਸੀ ਉਹਨਾਂ ਨੇ। ਜਲਾਲਦੀਨ ਖਿਲਜੀ 14,000 ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਆਪਣੇ ਕਿਲੇ ਦੀ ਦੀਵਾਰ ਦੇ ਉੱਤੇ ਟੰਗਾ ਦਿੱਤੇ ਅਤੇ ਹਰ ਇੱਕ ਸਿਰ ਦੇ ਉੱਤੇ ਦੀਵਾ ਬਾਲ ਕੇ ਦੀਵਾਲੀ ਮਨਾਈ ਇਹਨੇ। ਇਹ ਸਭ ਸਿਰ ਜਮਨਾ ਦੇ ਵਿੱਚ ਸੁਟਾ ਦਿੱਤੇ। ਫਿਰ ਅਤੇ 20,000 ਸੰਧੂ ਹਿੰਦੂ ਲੜਕੀਆਂ ਆਪਣੇ ਸਿਪਾਹੀਆਂ ਨੂੰ ਇਨਾਮ ਵਜੋਂ ਦਿੱਤੀਆਂ। ਇਹ ਤਵਾਰੀਖ ਦੇ ਵਿੱਚ ਖੁਸਰਾ ਜੀ ਨੇ 11 ਪੰਨੇ ਦੇ ਉੱਤੇ ਦਰਜ ਹੈ ਸਾਰਾ। ਤਵਾਰੀਖ ਫਰਿਸ਼ਤਾ ਪੰਨਾ 12 ਦੇ ਉੱਤੇ ਲਿਖਦਾ ਫਿਰੋਜ਼ ਸ਼ਾਹ ਨੇ ਜਿਹੜਾ ਨਗਰ ਕੋਟ ਕਾਂਗੜਾ ਫਤਿਹ ਕੀਤਾ ਹੈ ਉਦੋਂ 13,000 ਹਿੰਦੂ ਪੁਜਾਰੀਆਂ ਨੂੰ ਕੈਦ ਕਰਕੇ ਗਊਆਂ ਦਾ ਮਾਸ ਖਿਲਾਇਆ। ਬੁੱਤਾਂ ਨੂੰ ਜਿਹਦੇ ਟੁਕੜੇ ਟੁਕੜੇ ਕਰਕੇ ਗਊਆਂ ਦੇ ਚਮੜੇ 'ਚ ਮੜ ਕੇ ਉਹਨਾਂ ਦੇ ਗਲਾਂ ਵਿੱਚ ਪਾਏ, ਜਲੀਲ ਕੀਤਾ। ਅਮੀਰ ਖੁਸਰੋ ਦੀ ਤਵਾਰੀਖ ਦੇ ਅਨੁਸਾਰ ਫਿਰੋਜ਼ ਸ਼ਾਹ ਤੁਗਲਕ ਜਿਹੜਾ ਹੋਇਆ ਹੈ ਦੱਖਣ ਦੀ ਜਿੱਤ ਪ੍ਰਾਪਤ ਕਰਕੇ ਅਣਗਿਣਤ ਬੁੱਤ ਉਹਨੇ ਤੋੜੇ, ਕਿਲੇ ਦੇ ਦਰਵਾਜ਼ੇ ਅੱਗੇ ਸਿੱਟੇ। ਚਿਰੰਕਾਲ ਤੱਕ ਬਹੁਤ ਦੇਰ ਤੱਕ ਹਿੰਦੂਆਂ ਨੂੰ ਖੂਨ ਦੇ ਨਾਲ ਇਸ਼ਨਾਨ ਕਰਦਾ ਰਿਹਾ ਅਤੇ ਮਾਲਵੇ ਨੂੰ 2 ਵਾਰੀ ਇਸ ਨੇ ਲੁੱਟਿਆ। ਲੋਕੀ ਰੋਟੀ ਤੋਂ ਆਤਰ ਕਰ ਦਿੱਤੇ। ਤੈਮੂਰ ਲਿੰਗ ਤੇ ਜਿਹੜਾ ਦੀਵਾਲਪੁਰ ਦੇ ਵਿੱਚ 5,000, ਅਯੁੱਧਿਆ 'ਚ 14,000, ਬਨਾਰਸ 'ਚ 33,000 ਬ੍ਰਾਹਮਣ ਕਤਲ ਕੀਤੇ। ਭਟਨੇਰ ਦੇ ਵਿੱਚ 20,000 ਹਿੰਦੂ ਜਿਉਂ ਦੇ ਮਕਾਨਾਂ ਵਿੱਚ ਸਾੜ ਕੇ ਇਹਨੇ ਮਾਰ ਦਿੱਤੇ। ਲੱਖਾਂ ਹਿੰਦੂ ਮਾਰੇ ਗਏ। ਤੋ ਇਸ ਪ੍ਰਕਾਰ ਦੇ ਬਹੁਤ ਸਾਰੇ ਹੋਰ ਵੀ ਤਵਾਰੀਖਾਂ ਦੇ ਜਿਹੜੇ ਹਵਾਲੇ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਵੀ ਇਹ ਕੋਈ ਚੰਗਾ ਭੋਜਨ ਨਾ ਖਾਵੇ, 2 ਮੰਜ਼ਲਾ ਮਕਾਨ ਨਾ ਬਣਾ ਸਕੇ, ਘੋੜੇ 'ਤੇ ਨਾ ਚੜ੍ਹੇ ਕੋਈ ਹਿੰਦੂ। ਜੇਕਰ ਖੂਬਸੂਰਤ ਲੜਕੇ ਅਤੇ ਲੜਕੀ ਨੂੰ ਹਿੰਦਣੀ ਜਨਮ ਦਿੰਦੀ ਹੈ ਹਿੰਦੂ ਦੇ ਘਰ ਦੇ ਕਿਸੇ ਔਰਤ, ਉਹ ਮੈਨੂੰ ਮੁਸਲਮਾਨ ਦੇ ਹਵਾਲੇ ਕੀਤਾ ਜਾਵੇ। ਸਿਕੰਦਰ ਲੋਧੀ ਨੇ ਮੰਦਰ ਢਵਾ ਕੇ ਅਨੇਕਾਂ ਮਸੀਤਾਂ ਬਣਾਈਆਂ, ਹਿੰਦੂਆਂ ਲਈ ਗੰਗਾ ਇਸ਼ਨਾਨ ਮਨ੍ਹਾ ਕਰ ਦਿੱਤਾ। ਅਤੇ ਇਸ ਕਰਕੇ ਨਾ ਅਤੇ ਐਡਾ ਜ਼ੁਲਮ ਫਿਰ ਜਿਹੜਾ ਸਿਕੰਦਰ ਲੋਧੀ ਦੇ ਮੰਦਰ ਢਵਾ ਦਿੱਤੇ, ਮਸਜਿਦਾਂ ਬਣਾਈਆਂ। ਸਾਰਾ ਇਤਿਹਾਸ ਜਿਹੜਾ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਤਾਂ ਬਹੁਤ ਜ਼ਰੂਰੀ ਹੋ ਗਿਆ ਨਾ। ਮਹਾਰਾਜ ਦੇ ਆਗਮਨ ਤੋਂ ਪਹਿਲਾਂ ਦਾ ਇਹ ਪਾਪ ਕਰਮ ਅਧਰਮ ਭਾਰਤ ਦੇ ਵਿੱਚ ਫੈਲਿਆ ਹੋਇਆ ਸੀ ਅਤੇ ਸੁਭਾਵਿਕ ਸੀ ਫਿਰ ਅਵਤਾਰ ਸਾਰੀ ਧਰਤੀ ਨੇ ਪੁਕਾਰਾਂ ਕੀਤੀਆਂ, ਤਰਾਹੇ ਅੰਤਰਾਮਾਂ ਦੇਵਤਿਆਂ ਨੇ ਕੀਤੀਆਂ। ਅਤੇ ਗੁਰੂ ਨਾਨਕ ਸਾਹਿਬ ਜੀ ਫਿਰ ਆਪ 1526 ਬਿਕਰਮੀ ਸੰਮਤ ਅਨੁਸਾਰ ਕੱਤਕ ਸੂਦੀ ਪੂਰਨਮਾਸ਼ੀ ਨੂੰ ਸੁਣੀ ਪੁਕਾਰ ਦਾਤਾਰ ਪਰ ਗੁਰੂ ਨਾਨਕ ਜਗ ਮਹਿ ਪਠਾਇਆ। ਅਤੇ ਕੱਲ ਤਾਰਨ ਗੁਰੂ ਨਾਨਕ ਆਇਆ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਆਸਮਾਨ ਸੋ ਤਾਰਤਾ ਦਰਸ਼ਨ ਦਿਖਾਏ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋਆ। ਊਰਜ ਮਾਸ ਕੀ ਪੂਰਨਮਾਸੀ ਹਰ ਕੀਰਤੀ ਜੋ ਜੌਨ ਪ੍ਰਕਾਸ਼ੀ, ਸੰਮਤ 9 ਖਟ ਸੈਸ 26 ਭੇ ਅਵਤਾਰ ਪ੍ਰਗਟ ਜਗਦੀਸ਼ਾ। ਧਰਮ ਦੀ ਰੱਖਿਆ ਕਰਨ ਵਾਸਤੇ ਇਸ ਪ੍ਰਕਾਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਵਤਾਰ ਜਿਹੜਾ ਹੈ ਨਾ, ਅਤੇ ਇਸ ਪ੍ਰਕਾਰ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੰਸਾਰ ਦੇ ਵਿੱਚ ਆਉਣਾ ਹੋਇਆ। ਇਹ ਸੀ ਉਸ ਵੇਲੇ ਦੇ ਜਿਹੜੇ ਹਾਲਾਤ ਸਨ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਪਰਮੇਸ਼ਰ ਵਾਹਿਗੁਰੂ ਆਪਣੇ ਨਾਮ ਦੀ ਲਾਜ ਰੱਖਣ ਵਾਸਤੇ ਜਦੋਂ ਪੁਕਾਰਾਂ ਉਹਦੇ ਦਰ 'ਤੇ ਅਪੜਦੀਆਂ ਨੇ ਅਤੇ ਉਸ ਵੇਲੇ ਫਿਰ ਪਰਮੇਸ਼ਰ ਵਾਹਿਗੁਰੂ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਦੀ ਅੱਜ ਇਹ ਪ੍ਰਗਟ ਹੋਣ ਦੀ ਕਹਾਣੀ ਜਿਹੜੀ ਹੈ ਉਹਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਤਾਂ ਸੰਸਾਰ ਦੇ ਵਿੱਚ ਆ ਕੇ ਉਹਨਾਂ ਨੇ ਜਦੋਂ ਜਪਜੀ ਸਾਹਿਬ ਕਦੋਂ ਅਤੇ ਕਿੱਥੇ ਉਚਾਰਨ ਕੀਤਾ, ਮੂਲ ਮੰਤਰ ਕਿੱਥੇ ਦੇ ਕਦੋਂ ਉਚਾਰਨ ਕੀਤਾ, ਮੂਲ ਮੰਤਰ ਦੇ ਸੰਪੂਰਨਤਾ ਜਿਹੜੀ ਹੈ ਨਾਨਕ ਹੋਸੀ ਭੀ ਸੱਚ ਤੱਕ ਕਿਵੇਂ ਹੈ। ਅਤੇ ਇਹ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਆਪਾਂ ਇਹ ਵਿਚਾਰ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸੁਖੇ
ਦਰਦ ਨਿਵਾਰ ਏ ਸਮਰੱਥੇ ਅਗਮ ਪੂਰਨ ਮੋਹਿ ਮਇਆ ਧਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨਾ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।